ਪੰਜਾਬ ਮੇਲ USA ਟੀਵੀ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਹੁਣ ਤੁਸੀਂ ਇਹ ਸੋਚ ਰਹੇ ਹੋ ਕਿ ਸਾਨੂੰ ਫਤਿਹ ਬੁਲਾਉਣ ਵਾਲਾ ਕੌਣ ਹੈ? ਨਜ਼ਰ ਤਾਂ ਕੋਈ ਆ ਨਹੀਂ ਰਿਹਾ। ਮੈਂ ਪੰਜਾਬ ਮੇਲ USA ਟੀਵੀ ਦਾ ਕੈਮਰਾ ਹਾਂ ਜਨਾਬ। ਕੈਮਰਾ ਜਿਹੜਾ ਤੁਹਾਨੂੰ ਵੱਖ-ਵੱਖ ਮੁਲਾਕਾਤਾਂ ਵਿਖਾਉਂਦਾ ਹੈ, ਦੁਨੀਆ ਦੇ ਵੱਖੋ ਵੱਖਰੇ ਰੰਗ ਵਿਖਾਉਂਦਾ ਹੈ। ਅੱਗੇ ਤਾਂ ਇਹ ਸਾਰਾ ਕੁਝ ਮੈਂ ਚੁੱਪਚਾਪ ਵਿਖਾਉਂਦਾ ਰਹਿੰਦਾ ਸੀ। ਮੈਂ ਸੋਚਿਆ ਕਿ ਅੱਜ ਬਾਹਰ ਦੀ ਹਵਾ ਖਾਧੀ ਜਾਏ, ਜਿਸ ਕਰਕੇ ਅੱਜ ਬਾਹਰ ਮੈਂ ਤੋਰੇ ਫੇਰੇ ਤੇ ਆ ਗਿਆ। ਹਾਲਾਂਕਿ ਬੈਠੇ-ਬੈਠੇ ਮੇਰਾ ਕੋਈ ਢਿੱਡ ਨਹੀਂ ਵਧਣਾ, ਨਾ ਮੇਰਾ ਕੋਲੇਸਟ੍ਰੋਲ ਵਧਣਾ, ਪਰ ਮੈਨੂੰ ਇਸ ਗੱਲ ਦੀ ਚਿੰਤਾ ਤੇ ਹੈ ਨਾ ਕਿ ਤੁਸੀਂ ਮੋਟੇ ਨਾ ਹੋ ਜਾਓ। ਕਰੋੜਾਂ ਲੋਕ ਜਿਹੜੇ ਮੋਟਾਪੇ ਦੀ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ, ਤੁਸੀਂ ਵੀ ਉਹਨਾਂ 'ਚੋਂ ਹੀ ਕਿਤੇ ਇੱਕ ਨਾ ਹੋਵੋ। ਇਸ ਲਈ ਅੱਜ ਮੈਂ ਸੈਰ ਕਰਨ ਬਾਹਰ ਗਰਾਊਂਡ 'ਚ ਆ ਗਿਆ। ਹੁਣ ਵੇਖੋ ਨਾ, ਤਾਜ਼ਾ ਆਕਸੀਜਨ ਫੇਫੜਿਆਂ ਵਿੱਚ ਜਾਂਦੀ ਹੈ ਤੇ ਲੱਗਦਾ ਹੈ ਕਿ ਜਿੱਦਾਂ ਉਮਰ ਵੱਧ ਗਈ। ਤੇ ਗਰਾਊਂਡ ਵਿੱਚ ਖੇਡਦੇ ਇਹਨਾਂ ਐਥਲੀਟਸ ਨੂੰ ਵੇਖਦੇ ਹਾਂ ਤੇ ਲੱਗਦਾ ਹੈ ਕਿ ਸਾਡੀ ਵੀ ਜਵਾਨੀ ਵਾਪਸ ਆ ਗਈ। ਹਾਲਾਂਕਿ ਤੁਸੀਂ ਜਵਾਨ ਜਾਂ ਬੁੱਢੇ ਹੁੰਦੇ ਹੋ, ਮੈਂ ਤੇ ਕੈਮਰਾ ਹਮੇਸ਼ਾ ਹੀ ਜਵਾਨ ਰਹਿਣਾ। ਮੇਰੀ ਨਜ਼ਰ ਕਦੇ ਕਮਜ਼ੋਰ ਨਹੀਂ ਹੁੰਦੀ। ਤੇ ਜਨਾਬ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਇਹ ਜਿਹੜੀ ਗਰਾਊਂਡ 'ਚ ਆਇਆ ਨਾ, ਇਹ ਕਿਤੇ ਸੈਰ ਕਰਨ ਵਾਲੀ ਗਰਾਊਂਡ ਨਹੀਂ ਹੈ, ਬਲਕਿ ਇੱਥੇ ਨਾਮੀ ਐਥਲੀਟਸ ਪ੍ਰੈਕਟਿਸ ਕਰਦੇ ਨੇ ਔਰ ਅੰਤਰਰਾਸ਼ਟਰੀ ਪੱਧਰ ਦੇ ਕੋਚ ਸਰਬਜੀਤ ਸਿੰਘ ਇੱਥੇ ਪ੍ਰੈਕਟਿਸ ਕਰਾਉਂਦੇ ਨੇ। ਖਾਲਸਾ ਕਾਲਜ ਦਾ ਇਹ ਮੈਦਾਨ ਹੈ ਤੇ ਇਹ ਜਿਹੜੀ ਗਰਾਊਂਡ ਹੈ, ਇਹ ਹੁਣ ਖੇਲੋ ਇੰਡੀਆ ਨੇ ਅਡਾਪਟ ਕੀਤੀ ਹੋਈ ਹੈ। ਆਹ ਹੁਣ ਜਿਹੜੀ ਲੜਕੀ ਮੈਂ ਤੁਹਾਨੂੰ ਦਿਖਾ ਰਿਹਾ ਨਾ ਪ੍ਰੈਕਟਿਸ ਕਰਦੀ ਹੋਈ, ਇਹ ਕੋਈ ਮਾੜੀ ਮੋਟੀ ਐਥਲੀਟ ਨਹੀਂ ਹੈ। ਇਹ ਟਵਿੰਕਲ ਹੈ, ਜਿਹਨੇ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਪਾਰਟਿਸਿਪੇਟ ਕੀਤਾ ਸੀ। ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ਵੀ ਇਹ ਖੇਡ ਚੁੱਕੀ ਹੈ ਤੇ 400 ਮੀਟਰ ਤੇ 800 ਮੀਟਰ ਦੀ ਦੌੜ ਵਿੱਚ ਇਹ ਐਥਲੈਟਿਕਸ ਦੇ ਮੁਕਾਬਲੇ ਲੜਦੀ ਹੈ। ਟਵਿੰਕਲ, ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਤੁਸੀਂ ਦਿੱਲੀ 'ਚ ਪੜ੍ਹੇ ਲਿਖੇ ਹੋ ਤੇ ਉੱਥੇ ਤਾਂ ਐਥਲੈਟਿਕਸ ਦਾ ਇਨਫਰਾਸਟ੍ਰਕਚਰ ਇੰਨਾ ਵਧੀਆ, ਫਿਰ ਤੁਸੀਂ ਪੰਜਾਬ ਵਿੱਚ ਪ੍ਰੈਕਟਿਸ ਕਰਨ ਕਿੱਦਾਂ ਆ ਗਏ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਤਾਂ ਸਭ ਤੋਂ ਪਹਿਲਾਂ ਮੈਂ ਟਵਿੰਕਲ ਚੌਧਰੀ। ਸਰ ਐਕਚੁਅਲੀ ਜਦੋਂ ਮੈਂ ਸਪੋਰਟਸ ਕਰਦੀ ਸੀ, ਪਹਿਲੇ ਮੈਂ ਦਿੱਲੀੋਂ ਹੀ ਸ਼ੁਰੂ ਕੀਤਾ ਸੀ ਅਤੇ ਉੱਥੇ ਮੈਨੂੰ ਇੰਨਾ ਮਤਲਬ ਇਨਫਰਾਸਟਰਕਚਰ ਸਾਰਾ ਵਧੀਆ ਸੀਗਾ, ਪਰ ਮੇਰਾ ਉੱਥੇ ਨਾ ਪਰਫੋਰਮੈਂਸ ਨਹੀਂ ਆਉਂਦੀ ਸੀ। ਮੈਨੂੰ ਕੋਚਿਸ ਉਸ ਲੈਵਲ ਦੇ ਨਹੀਂ ਮੈਨੂੰ ਲੱਗਦਾ ਸੀ ਕਿ ਉਨੀ ਮਿਹਨਤ ਕਰਦੇ ਆ ਜਾਂ ਜਿੰਨੀ ਮੈਂ ਕਰਨਾ ਚਾਹੁੰਦੀ ਹੈ। ਅਤੇ ਉਸ ਤੋਂ ਬਾਅਦ ਮੇਰੇ ਇੱਕ ਕਿਸੇ ਨੋਨ ਨੇ ਹੈਪੀ ਸਰ ਬਾਰੇ ਦੱਸਿਆ ਅਤੇ ਮੈਂ ਇੱਥੇ ਆ ਕੇ ਫਿਰ ਦੇਖਿਆ, ਭਾਵੇਂ ਇੱਥੇ ਟਰੈਕ ਨਹੀਂ ਸੀਗਾ ਜਾਂ ਕੁਛ ਨਹੀਂ ਸੀਗਾ, ਪਰ ਮੈਨੂੰ ਇੱਥੇ ਮਾਹੌਲ ਬਹੁਤ ਵਧੀਆ ਲੱਗਾ ਅਤੇ ਇੱਥੇ ਪੰਜਾਬ ਦਾ ਕਲਚਰ ਮੈਨੂੰ ਬਹੁਤ ਵਧੀਆ ਲੱਗਾ। ਜਿੰਨਾ ਸਪੋਰਟਸ ਪਰਸਨ ਨੂੰ ਇੱਕ ਸਾਡਾ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਹੈ, ਉਹਦੇ ਵਿੱਚ ਮੈਂ ਸੀਗੀ ਅਤੇ ਉੱਥੇ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਦਿੱਤਾ ਅਤੇ ਮੈਨੂੰ ਉਹ ਸਾਰਾ ਕੁਛ ਵਧੀਆ ਲੱਗਾ। ਅਤੇ ਇੱਥੇ ਟ੍ਰੇਨਿੰਗ ਦਾ ਸਾਰਾ ਮਾਹੌਲ, ਜਿੰਨੀ ਵੀ ਸਾਡੇ ਕੋਚ ਸਾਹਿਬ ਟ੍ਰੇਨਿੰਗ ਕਰਾਉਂਦੇ, ਉਹ ਮੈਨੂੰ ਕਾਫੀ ਚੰਗੀ ਲੱਗੀ ਅਤੇ ਮੇਰੀ ਪਰਫੋਰਮੈਂਸ ਵੀ ਇੱਥੇ ਆ ਕੇ ਆਈ ਅਤੇ ਤਾਂ ਕਰਕੇ ਫਿਰ ਮੈਂ ਇੱਥੇ ਟ੍ਰੇਨਿੰਗ ਕੀਤੀ ਹੈ। ਟਵਿੰਕਲ, ਮੈਂ ਦੇਖ ਰਿਹਾ ਸੀ ਕਿ ਬੜੀ ਲਗਨ ਦੇ ਨਾਲ ਤੁਸੀਂ ਮਿਹਨਤ ਕਰ ਰਹੇ ਸੀ। ਇਸ ਲਗਨ ਦੇ ਨਾਲ ਮਿਹਨਤ ਕਰਨ ਦਾ ਕਾਰਨ ਕੀ ਹੈ? ਸੁਪਨਾ ਕੀ ਹੈ ਤੁਹਾਡਾ? ਸਰ ਡ੍ਰੀਮ ਤਾਂ ਹਰ ਸਪੋਰਟਸ ਪਰਸਨ ਦਾ ਇੱਕੋ ਹੀ ਡ੍ਰੀਮ ਹੁੰਦਾ ਹੈ, ਓਲੰਪਿਕਸ 'ਚ ਮੈਡਲ ਲਾਣਾ, ਕਿਉਂਕਿ ਸਾਡੇ ਇੰਡੀਆ 'ਚ ਐਥਲੈਟਿਕਸ 'ਚ ਕਦੀ ਕਿਸੇ ਦਾ ਓਲੰਪਿਕਸ ਮੈਡਲ ਨਹੀਂ ਆਇਆ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਉਹ ਪਹਿਲੀ ਇੰਡੀਅਨ ਬਣਾ। ਮਿਲਖਾ ਸਿੰਘ, PT ਊਸ਼ਾ ਤੋਂ ਉੱਤੇ ਉਹ ਇੱਕ ਅਚੀਵਮੈਂਟ ਹੋਣੀ ਹੈ। ਅਗਰ ਮੇਰਾ ਜਦੋਂ ਵੀ ਓਲੰਪਿਕ ਮੈਡਲ ਆਊਗਾ ਅਤੇ ਆਪਾਂ ਉਹਦੇ ਬਹੁਤ ਕਲੋਜ਼ ਹੈ, ਕਿਉਂਕਿ ਉਹਦਾ ਜਿਹੜਾ ਕੁਆਲੀਫਾਈ ਹੈ, ਜੇ ਆਪਾਂ ਕੁਆਲੀਫਾਈ ਕਰਦੇ ਹਾਂ ਤਾਂ ਸਾਡੀ ਬਹੁਤ ਜ਼ਿਆਦਾ ਪ੍ਰੋਬੈਬਿਲਿਟੀ ਬਣ ਜਾਂਦੀ ਹੈ ਕਿ ਆਪਾਂ ਮੈਡਲ ਵੀ ਲਾ ਸਕਦੇ, ਕਿਉਂਕਿ ਜਿਹੜੇ ਟੌਪ 3 ਹੁੰਦੇ ਆ ਉਹ ਟੌਪ 3 ਟੌਪ 5 ਦੇ ਨੇੜੇ ਤੇੜੇ ਉਹਨਾਂ ਦਾ ਕੁਆਲੀਫਾਈ ਸਟੈਂਡਰਡ ਹੁੰਦਾ ਹੈ ਅਤੇ ਉੱਥੇ ਬਹੁਤ ਕਲੋਜ਼ ਫਾਈਟ ਹੁੰਦੀ ਹੈ, ਮਤਲਬ ਅੱਧੇ ਮਾਈਕਰੋ ਸੈਕਿੰਡ ਦੀ, 1 ਮਾਈਕਰੋ ਸੈਕਿੰਡ ਦੀ। ਅਤੇ ਸਾਡੇ ਪੂਰੇ ਚਾਂਸਿਸ ਹੈ, ਆਪਾਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਓਲੰਪਿਕਸ 'ਚ ਮੈਡਲ ਲੈ ਕੇ ਆਈਏ। ਟਵਿੰਕਲ, ਫਿਰ ਇਹ ਤਾਂ ਦੱਸੋ ਕਿ ਹੁਣ ਤੁਹਾਡੀ ਜਿਹੜੀ ਐਥਲੈਟਿਕਸ ਦੀ ਦੌੜ ਹੈ, 400 ਮੀਟਰ ਦੀ, 800 ਮੀਟਰ ਦੀ, ਇਹਦੇ 'ਚ ਅੱਜ ਕੱਲ੍ਹ ਤੁਹਾਡੀ ਟਾਈਮਿੰਗ ਕੀ ਹੈ ਔਰ ਇਸ ਟਾਈਮਿੰਗ ਨੂੰ ਇੰਪਰੂਵ ਕਰਨ ਲਈ ਕੀ ਕਰ ਰਹੇ ਹੋ ਤੁਸੀਂ? ਸਰ ਹੁਣ ਮੈਂ ਹਜੇ 800, ਮੈਨੂੰ ਜ਼ਿਆਦਾ ਟਾਈਮ ਨਹੀਂ ਹੁਆ, ਹਜੇ ਮੈਨੂੰ 2 ਸਾਲ ਹੀ ਹੋਏ ਹੈ ਅਤੇ ਹਜੇ ਮੈਂ ਜ਼ਿਆਦਾ ਇਸ ਸਾਲ ਤੋਂ ਕੋਈ ਕੰਪੀਟੀਸ਼ਨ ਨਹੀਂ ਹੁਆ ਅਤੇ ਮੇਰੇ 800 ਦੀ ਬੈਸਟ ਟਾਈਮਿੰਗ ਹੈ 2:03, ਜੋ ਕਿ ਆਪਾਂ ਇੱਥੇ ਖਾਲਸਾ ਕਾਲਜ ਰਹਿ ਕੇ ਕੀਤੀ ਹੈ, ਜਿਹਦੇ ਲਈ ਮੇਰੇ ਇਵੈਂਟ ਲਈ ਨਾ ਹਾਈ ਐਲਟੀਟਿਊਡ ਟ੍ਰੇਨਿੰਗ ਬਹੁਤ ਲੋੜ ਹੈ। ਮਤਲਬ ਜੇ ਆਪਾਂ ਊਟੀ ਜਾਂ ਧਰਮਸ਼ਾਲਾ ਜਾ ਕੇ ਟ੍ਰੇਨਿੰਗ ਕਰਦੇ ਹਾਂ ਅਤੇ ਮੇਰੇ ਟਾਈਮਿੰਗ 'ਚੋਂ 3-4 ਸੈਕਿੰਡ ਆਪੇ ਹੀ ਥੱਲੇ ਆ ਜਾਣਗੇ ਅਤੇ ਸਾਡਾ ਓਲੰਪਿਕਸ 'ਚ ਮੈਡਲ ਆ ਜਾਂਦਾ 158, 159, 157 ਅਤੇ ਮੇਰੀ ਪੂਰਾ ਕੋਸ਼ਿਸ਼ ਹੈ ਕਿ ਮੈਂ 158 ਨੈਸ਼ਨਲ ਰਿਕਾਰਡ, ਏਸ਼ੀਅਨ ਗੇਮਸ ਰਿਕਾਰਡ ਆਉਣ ਵਾਲੇ ਏਸ਼ੀਅਨ ਗੇਮਸ 'ਤੇ ਕਰਾਂ। ਪੂਰੀ ਮੈਂ ਕੋਸ਼ਿਸ਼ ਕਰੂੰਗੀ ਉਸ ਚੀਜ਼ ਦੀ। ਅੱਛਾ, ਇਹ ਦੱਸੋ ਕਿ ਤੁਸੀਂ ਤਾਂ ਮਿਹਨਤ ਕਰਦੇ ਹੀ ਹੋ,
ਫੈਡਰੇਸ਼ਨ ਵੀ ਤੁਹਾਡੇ ਲਈ ਉਨੀ ਮਿਹਨਤ, ਉਨਾ ਸਹਿਯੋਗ ਕਰਦੀ ਹੈ? ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਉੱਦਾਂ ਦੀ ਮਿਲਦੀ ਹੈ ਤੁਹਾਨੂੰ? ਸਰ ਕਿਸੇ ਹੱਦ ਤੱਕ ਮਿਲ ਰਹੀ ਹੈ, ਕਈ ਹੱਦ ਤੱਕ ਜਿੰਨੀ, ਪਰ ਜਿੰਨੀ ਜੇ ਆਪਾਂ ਸੋਚੇ, ਜੇ ਸਾਨੂੰ ਨੈਸ਼ਨਲ ਮੈਡਲ ਚਾਹੀਦਾ ਹੈ, ਉੱਥੇ ਤੱਕ ਆਪਾਂ ਠੀਕ ਹੈ, ਸੀਮਿਤ ਹੈ, ਜਾਂ ਕਿਤੇ ਇੰਟਰਨੈਸ਼ਨਲ ਏਸ਼ੀਅਨ ਲੈਵਲ ਤੇ ਆਪਾਂ ਪਾਰਟਿਸਿਪੇਟ ਕਰਨਾ ਉੱਥੇ ਤੱਕ ਸਾਡਾ ਕੰਮ ਚੱਲੀ ਜਾਂਦਾ। ਬਟ ਜੇ ਆਪਾਂ ਸੋਚੀਏ ਕਿ ਆਪਾਂ ਨੂੰ ਓਲੰਪਿਕਸ ਮੈਡਲ ਚਾਹੀਦਾ ਹੈ, ਜਾਂ ਵਰਲਡ ਚੈਂਪੀਅਨਸ਼ਿਪ ਮੈਡਲ ਚਾਹੀਦਾ ਹੈ, ਜਾਂ ਏਸ਼ੀਅਨ ਗੇਮਸ ਰਿਕਾਰਡ ਕਰਨਾ ਹੈ, ਤਾਂ ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਸਹੂਲੀਅਤ ਦੀ ਲੋੜ ਹੈਗੀ ਹੈ, ਬਹੁਤ ਜ਼ਿਆਦਾ ਗਵਰਨਮੈਂਟ ਦਾ ਹੈਲਪ ਚਾਹੀਦੀ ਹੈ ਸਾਨੂੰ। ਕਿਤੇ ਨਾ ਕਿਤੇ ਉਹ ਕਰਦੇ ਹੈ, ਜਿੱਦਾਂ ਡਾਈਟ ਸਾਡੇ ਲਈ ਇੱਕ ਆਪਾਂ ਏਸ਼ੀਅਨ ਗੇਮਸ ਲਈ, ਓਲੰਪਿਕਸ ਲਈ ਤਿਆਰੀ ਕਰ ਰਹੇ ਹਾਂ, ਸਾਡੀ ਵੀ ਡਾਈਟ 200 ਰੁਪਏ ਇੱਕ ਦਿਨ ਦੀ ਹੈ, ਅਤੇ ਜਿਹੜਾ ਨਿਆਣਾ 5ਵੀਂ ਕਲਾਸ 'ਚ 6ठी ਕਲਾਸ 'ਚ ਪੜ੍ਹਦਾ ਪਿਆ ਉਹਦੀ ਵੀ ਡਾਈਟ 200 ਰੁਪਏ ਹੈ। ਤੋ ਇਹ ਚੀਜ਼, ਇਸ ਚੀਜ਼ ਦਾ ਥੋੜ੍ਹਾ ਸਾ ਸਰਕਾਰ ਨੂੰ ਡਿਫਰੈਂਸ ਦੇਖਣਾ ਪੈਣਾ ਹੈ ਕਿ ਕਿਹੜੇ ਐਥਲੀਟ ਨੂੰ, ਕਿਹੜੇ ਇਵੈਂਟ ਦਾ ਐਥਲੀਟ ਹੈ, ਉਹਨੂੰ ਕਿੰਨੀ ਕੁ ਲੋੜ ਹੈ, ਉਹਦੀ ਡਾਈਟ ਕਿੰਨੀ ਹੋਣੀ ਚਾਹੀਦੀ ਹੈ, ਇੱਕ ਨਿਆਣੇ ਨੂੰ ਕਿੰਨੀ ਡਾਈਟ ਮਿਲਣੀ ਚਾਹੀਦੀ ਹੈ, ਅਤੇ ਇੱਕ ਵੱਡੇ ਪ੍ਰੋਫੈਸ਼ਨਲ ਐਥਲੀਟ ਨੂੰ ਕਿੰਨਾ ਕੁਛ ਦੇਣਾ ਚਾਹੀਦਾ ਹੈ, ਕੀ ਸਾਨੂੰ ਸਹੂਲੀਅਤ ਦੇਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਟਵਿੰਕਲ, ਮੇਰੇ ਨਾਲ ਗੱਲਬਾਤ ਕਰਨ ਲਈ, ਔਰ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਕਾਮਯਾਬੀ ਦੇ ਸੁਨੇਹੇ ਲੈ ਕੇ ਆਏਗਾ। ਸਹੀ ਗੱਲ ਹੈ ਨਾ ਪੰਜਾਬ ਮੇਲ USA TV ਦੇਖਣ ਵਾਲਿਓ, ਕਿਉਂਕਿ ਜਿਹੜਾ ਲਗਨ ਨਾਲ ਮਿਹਨਤ ਕਰਦਾ ਹੈ ਕਾਮਯਾਬ ਵੀ ਤਾਂ ਉਹੀ ਹੁੰਦਾ। ਅਤੇ ਇੱਥੇ ਬਹੁਤ ਸਾਰੇ ਐਥਲੀਟਸ ਨੇ ਜਿਹੜੇ ਇੱਕੋ ਇੱਕ ਮੈਡਲ ਦਾ ਸੁਪਨਾ ਲੈ ਕੇ ਮਿਹਨਤ ਕਰਦੇ ਨੇ। ਇਹਨਾਂ ਵਰਗੇ ਹੀ ਨੇ ਕੁਨਾਲ, ਜਿਹੜੇ 110 ਮੀਟਰ ਹਰਡਲਜ਼ 'ਚ ਮੁਕਾਬਲੇ ਭਿੜਦੇ ਨੇ, ਔਰ ਇਹ ਹੁਣ ਤੱਕ ਸੈਫ ਖੇਡਾਂ 'ਚ ਗੋਲਡ ਮੈਡਲ ਪ੍ਰਾਪਤ ਕਰ ਚੁੱਕੇ ਨੇ। ਜੂਨੀਅਰ ਏਸ਼ੀਅਨ ਗੇਮਸ ਵਿੱਚ ਇਹਨਾਂ ਦੀ ਪ੍ਰਤੀਨਿਧਤਾ ਰਹੀ ਹੈ। ਕਿੰਨੀ ਦੇਰ ਪ੍ਰੈਕਟਿਸ ਕਰਦੇ ਹੋ ਕੁਨਾਲ ਤੁਸੀਂ? सर हम मॉर्निंग में ऐसे हमारा सेशन होता है 6 बजे से स्टार्ट हो जाता है, और हम 8 9 7 3 घंटे सुबह होती है, 2.5 3 घंटे, और शाम को फिर 2.5 3 घंटे होती है। 4 से शाम को 4 से 6 तक हमारी ट्रेनिंग होती है, फिर सुबह भी 6 से 8 तक ट्रेनिंग होती है। टोटल मतलब 6 घंटे हो जाते हैं, 6 7 घंटे। ਅੱਛਾ, ਅੱਜ ਕੱਲ੍ਹ ਤੇ ਜਿਹੜੀ ਐਥਲੈਟਿਕਸ ਹੈ ਉਹ ਬਹੁਤ ਜ਼ਿਆਦਾ ਟੈਕਨੋਲੋਜੀ ਵਾਲੀ ਤੇ ਸਾਇੰਟੀਫਿਕ ਹੋ ਗਈ ਹੈ। ਜਲੰਧਰ 'ਚ ਰਹਿੰਦੇ ਹਾਂ, ਵਰਲਡ ਓਵਰ 'ਚ ਕੀ ਟੈਕਨੋਲੋਜੀ ਅਪਡੇਟ ਚੱਲ ਰਹੀ ਹੈ, ਇਹ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ? सर अपडेट सर हमारे सर कोच साहब भी हमें बहुत अपडेट गाइड करते हैं, अच्छे टेक्निक सब बताते हैं, और हम आजकल से साइंटिफिक और टेक्निक बहुत ज़्यादा एथलेटिक्स में यूज़ हो रही है। जैसे मेरा इवेंट वो टेक्निकल इवेंट है, मेरा 110 मीटर हडल इवेंट है, तो उसमें सर टेक्निक बहुत इंपॉर्टेंट है कि हमारी बॉडी पोस्चर कैसे जा रहा है, हम बॉडी मैकेनिक्स कैसे चल रहे हैं, बॉडी एंगल कैसे चल रहे हैं, तो इस पे सर हम अभी वर्क कर रहे हैं, तो अच्छा लग रहा है सर उस करते टाइम उसको। ਕੁਨਾਲ ਦਾ ਟਾਰਗੇਟ ਕੀ ਹੈ? अगले साल तो सर जैसे सबसे बड़ा ओलंपिक ही है, 2021 ओलंपिक ही है, लेकिन उससे पहले सर फेडरेशन कप होना है मार्च में, उसमें मेरे को बहुत अच्छा करना है, उसमें मेरे को गोल्ड लेना है, और अच्छा एक टाइमिंग, सर मेरा टारगेट ये कि मैं टाइमिंग इम्प्रूव करूँ, सबसे ज़्यादा टाइमिंग का पूरा एथलेटिक्स में होता है। मेडल तो सर कब आ ही जाएंगे, अगर हम अपना टाइम अच्छा करेंगे तो मेडल तो अपने आप आएगा। तो मेरा टारगेट ये कि मैं नेक्स्ट ईयर 13.7 की रेस भागूँ, जिससे मैं एशियन चैम्पियनशिप और एशियन इंडोर गेम्स के लिए क्वालिफाई हो जाऊँ। सर ये मेरा टारगेट है। ਕੁਨਾਲ ਵਾਂਗ ਹਰ ਨੌਜਵਾਨ ਦੇ ਵਿੱਚ ਇੱਦਾਂ ਦੀ ਫਿਟਨੈਸ, ਇੱਦਾਂ ਦੀ ਤਾਜ਼ਗੀ, ਇੱਦਾਂ ਦੀ ਤੰਦਰੁਸਤੀ ਹੋਣੀ ਚਾਹੀਦੀ ਹੈ। ਅਤੇ ਇੱਦਾਂ ਦੇ ਹੀ ਐਥਲੀਟ ਨੇ ਜਗਮੀਤ, ਜੋ ਕਿ 400 ਮੀਟਰ ਵਰਲਡ ਪੁਲਿਸ ਗੇਮਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਨੇ। ਜਗਮੀਤ, ਪੰਜਾਬ ਮੇਲ USA TV ਵੇਖਣ ਵਾਲਿਆਂ ਨੂੰ ਦੱਸੋ ਕਿ ਤੁਹਾਡਾ ਜਿਹੜਾ ਸ਼ੈਡਿਊਲ ਹੈ ਉਹ ਕਿਸ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਪੱਧਰ ਦਾ ਮੈਨੇਜ ਹੁੰਦਾ ਹੈ? ਇਸ ਛੋਟੇ ਜਿਹੇ ਸ਼ਹਿਰ 'ਚ ਰਹਿੰਦੇ ਆ। ਨਹੀਂ ਸਰ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਵੀ ਸ਼ਡਿਊਲ ਦੇ, ਪਰ ਮੇਨਲੀ ਸਾਡਾ ਕੋਚ ਸਾਹਿਬ ਸਾਰਾ ਸ਼ਡਿਊਲ ਤਿਆਰ ਕਰਦੇ ਆ, ਟ੍ਰੇਨਿੰਗ ਤੋਂ ਲੈ ਕੇ ਡਾਈਟ ਦਾ ਸਾਰਾ ਕੁਝ ਉਹ ਸਾਨੂੰ ਉਹੀ ਦੱਸਦੇ ਆ ਵੀ ਅਸੀਂ ਕਿਸ ਟਾਈਮ ਕਿਹੜੀ ਚੀਜ਼ ਕਰਨੀ ਹੈ, ਕਿੱਦਾਂ ਦੇ ਵਰਕਆਊਟ ਦੇ ਹਿਸਾਬ ਨਾਲ ਆਪਾਂ ਨੂੰ ਆਪਣੀ ਰਿਕਵਰੀ ਦੇ ਹਰੇਕ ਚੀਜ਼ ਦੇ ਅਸੀਂ ਕੋਚ ਸਾਹਿਬ ਦੇ ਹਿਸਾਬ ਨਾਲ ਉਹ ਸਾਨੂੰ ਦੱਸਦੇ ਆ ਸ਼ਡਿਊਲ ਦਾ ਸਾਰਾ। ਕਿਸ ਟੀਚੇ ਨੂੰ ਲੈ ਕੇ ਮਿਹਨਤ ਕਰਦੇ ਹੋ ਤੁਸੀਂ? ਸਰ ਟਾਰਗੇਟ ਤਾਂ ਅਗਲੇ ਸਾਲ 21 'ਚ ਓਲੰਪਿਕ ਆ ਰਹੀ ਹੈ ਜੀ, ਉਹਦਾ ਹੀ ਰੱਖ ਕੇ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਛੋਟੇ ਛੋਟੇ ਟਾਰਗੇਟ ਸਾਡੇ ਹੋਰ ਵੀ ਨੇ ਕਾਫੀ, ਜਿਨ੍ਹਾਂ 'ਤੇ ਅਸੀਂ ਵਧੀਆ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ। ਖਾਲਸਾ ਕਾਲਜ ਦੇ ਇਸ ਮੈਦਾਨ ਅੰਦਰ ਐਥਲੈਟਿਕਸ ਦਾ ਤਪ ਕੀਤਾ ਜਾਂਦਾ ਹੈ। ਤੜਕੇ ਹੀ ਇੱਥੇ ਐਥਲੀਟਸ ਆ ਜਾਂਦੇ ਨੇ, ਆਪਣਾ ਵਰਕਆਊਟ ਕਰਦੇ ਨੇ, ਇੱਕੋ ਹੀ ਸੁਪਨੇ ਨੂੰ ਲੈ ਕੇ ਕਿ ਆਪਣੇ ਸੂਬੇ, ਆਪਣੇ ਦੇਸ਼ ਲਈ ਉਹਨਾਂ ਨੇ ਮੈਡਲ ਜਿੱਤਣਾ ਹੈ, ਔਰ ਉਹਨਾਂ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰਦੇ ਨੇ ਕੋਚ ਸਰਬਜੀਤ ਸਿੰਘ। ਸਰਬਜੀਤ ਜੀ, ਅੱਜ ਐਤਵਾਰ ਵਾਲੇ ਦਿਨ ਵੀ ਤੁਸੀਂ ਟਰੈਕ ਸੂਟ ਪਾ ਕੇ ਗਰਾਊਂਡ 'ਚ ਆ ਗਏ? ਬਸ ਆਦਤ ਪਈ ਹੋਈ ਹੈ, ਜਦੋਂ ਟਾਈਮ ਹੁੰਦਾ ਆ ਤੇ ਉੱਠ ਪਈਦਾ। ਬਾਕੀ ਕੁਛ ਬੱਚਿਆਂ ਦੀ ਕਰੈਕਸ਼ਨ ਕਰਾਉਣੀ ਹੁੰਦੀ ਹੈ, ਵੈਸੇ ਸੰਡੇ ਛੁੱਟੀ ਹੁੰਦੀ, ਪਰ ਉਸ ਦਿਨ ਕਈ ਵਾਰੀ ਬੱਚਿਆਂ ਦਾ ਟਾਈਮ ਉਹਨਾਂ ਦਾ ਰੱਖ ਲਈਦਾ ਜਿਨ੍ਹਾਂ ਨੂੰ ਕੁਛ ਕਰੈਕਸ਼ਨ ਕਰਾਉਣੀਆਂ ਹੋਣ, ਕੋਈ ਉਹਨਾਂ ਨਾਲ ਅਲੱਗ ਤੋਂ ਗੱਲਬਾਤ ਕਰਨੀ ਹੋਵੇ, ਕਿਉਂਕਿ ਵੈਸੇ ਜਦੋਂ ਸਾਰੇ ਬੱਚਿਆਂ ਦੇ ਵਿੱਚ ਕਈ ਵਾਰੀ ਤੁਸੀਂ ਉਹਨਾਂ ਟਾਈਮ ਨਹੀਂ ਦੇ ਪਾਉਂਦੇ ਬੱਚਿਆਂ ਨੂੰ।
ਇਸ ਕਰਕੇ ਸੰਡੇ ਦਾ ਦਿਨ ਹੁੰਦਾ, ਥੋੜ੍ਹਾ ਰਿਲੈਕਸ, ਬੱਚੇ ਵੀ ਰਿਲੈਕਸ, ਥੋੜ੍ਹੀ ਟ੍ਰੇਨਿੰਗ ਵੀ ਰਿਲੈਕਸ ਹੁੰਦੀ ਆ, ਅਤੇ ਅਸੀਂ ਉਹਨਾਂ ਦੇ ਜੋ ਮਾਈਂਡ ਨੂੰ ਪੜ੍ਹਨਾ ਆ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਕਿ ਕੀ ਪ੍ਰੈਸ਼ਰ ਤਾਂ ਨਹੀਂ ਲੈ ਰਹੇ ਕੋਈ, ਜਾਂ ਕੋਈ ਉਹਨਾਂ ਦੇ ਵਿੱਚ ਗਲਤੀਆਂ, ਉਹਨਾਂ ਨਾਲ ਹਲਕੀ ਫੁਲਕੀ ਗੱਲ ਕਰਕੇ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ। ਸਰਬਜੀਤ ਜੀ, ਐਥਲੈਟਿਕਸ ਦੇ ਮੁਕਾਬਲੇ ਦੇਖਣੇ ਦੇ ਬਹੁਤ ਸੌਖੇ ਨੇ ਕਿ ਉਹ ਰਫ਼ਤਾਰ ਨਾਲ ਐਥਲੀਟ ਜਾਂਦੇ ਵੇਖੋ ਤੇ ਤਾੜੀਆਂ ਮਾਰੋ ਤੇ ਘਰ ਨੂੰ ਆ ਜਾਓ। ਐਥਲੈਟਿਕਸ ਕਰਨੀ ਕਿੰਨੀ ਕੁ ਔਖੀ ਹੈ? ਭਾਜੀ ਜੀ ਉਹੀ ਕਹਿੰਦੇ ਨਾ ਕਿ ਜਿਹੜਾ ਕੰਮ ਕਿਸੇ ਲਈ ਬਹੁਤ ਈਜ਼ੀ ਹੁੰਦਾ ਆ, ਕਿਸੇ ਲਈ ਬਹੁਤ ਮੁਸ਼ਕਿਲ ਹੁੰਦਾ। ਮੈਨੂੰ ਤਾਂ ਕਈ ਵਾਰੀ ਮੇਰੇ ਐਥਲੀਟ ਇੰਨੇ ਜਨੂੰਨੀ ਆ, ਕਈ ਵਾਰੀ ਮੈਨੂੰ ਉਹਨਾਂ ਨੂੰ ਕਹਿ ਕੇ ਬੰਦ ਕਰਾਉਣੀ ਪੈਂਦੀ ਕਿ ਬਸ ਕਰੋ ਟ੍ਰੇਨਿੰਗ, ਪਰ ਉਹਨਾਂ ਨੂੰ ਚੈਨ ਨਹੀਂ ਆਉਂਦੀ ਆ, ਉਹ ਕਹਿੰਦੇ ਵੀ ਅਸੀਂ ਅਜੇ ਥੋੜ੍ਹੀ ਜਿਹੀ ਹੋਰ ਕਰਾ ਦਿਓ ਕੋਰਸ, ਥੋੜ੍ਹੀ ਜਿਹੀ ਹੋਰ ਕਰਾ ਦਿਓ। ਪਰ ਕਈ ਬੱਚੇ ਇੱਦਾਂ ਦੇ ਵੀ ਆ ਜਿਨ੍ਹਾਂ ਨੂੰ ਥੋੜ੍ਹਾ ਪਤਿਆ ਕੇ ਲਿਆਉਣਾ ਪੈਂਦਾ, ਜਿੱਦਾਂ ਫਿਰ ਉਹਨਾਂ ਨੂੰ ਕੰਪੀਟੀਸ਼ਨ ਦਾ ਪਤਾ ਲੱਗਦਾ ਕਿ ਮੇਰੇ ਵਿੱਚ ਟੈਲੈਂਟ ਆ, ਜਾਂ ਮੇਰੇ 'ਚ ਆ ਕੰਪੀਟੀਸ਼ਨ ਆ, ਜਾਂ ਮੇਰੇ ਕੰਪੀਟੀਟਰਸ ਦਾ ਪਤਾ ਲੱਗਣਾ ਬਹੁਤ ਜ਼ਰੂਰੀ। ਫਿਰ ਉਹਨਾਂ ਦੇ ਮਨ 'ਚ ਇਹ ਹੋ ਜਾਂਦਾ ਕਿ ਮੇਰਾ ਕੰਪੀਟੀਟਰ ਵੀ ਕਿਤੇ ਟ੍ਰੇਨਿੰਗ ਕਰ ਰਿਹਾ ਹੋਵੇਗਾ, ਮੈਂ ਉਸ ਤੋਂ ਵੱਧ ਕਰਨੀ ਆ, ਕਿਉਂਕਿ ਉਹ ਦਿਸਦਾ ਨਹੀਂਗਾ, ਉਹ ਹਿਡਨਸ ਹੁੰਦੇ ਆ, ਤੁਹਾਡੇ ਸਾਹਮਣੇ ਨਹੀਂ ਹੁੰਦੇ। ਪਰ ਉਹ ਇਸ ਕਰਕੇ ਕਿ ਜਦੋਂ ਸਾਲ ਬਾਅਦ, 6 ਮਹੀਨੇ ਬਾਅਦ, 3 ਮਹੀਨੇ ਬਾਅਦ ਜਦੋਂ ਕੰਪੀਟੀਸ਼ਨ ਹੋਵੇ ਅਤੇ ਮੈਂ ਉਹਦੇ ਤੋਂ ਜਿੱਤਾਂ, ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਇੱਦਾਂ ਦੇ ਬੱਚੇ ਮੈਨੂੰ ਮਿਲਦੇ ਕਿ ਜਿਹੜੇ ਵੱਧ ਤੋਂ ਵੱਧ ਟ੍ਰੇਨਿੰਗ ਕਰਨਾ ਚਾਹੁੰਦੇ ਆ ਅਤੇ ਬੜੀ ਹਾਰਡ ਟ੍ਰੇਨਿੰਗ ਕਰਦੇ ਆ। ਹਾਰਡ ਟ੍ਰੇਨਿੰਗ ਦੇ ਵਿੱਚ ਆਪਣਾ ਇੱਕ ਮਜ਼ਾ ਆ, ਉਹ ਕਿਤੇ ਮਜ਼ਾ ਨਹੀਂ ਆ ਸਕਦਾ। ਸਰਬਜੀਤ ਜੀ, ਤੁਸੀਂ ਤਾਂ ਬਹੁਤ ਦਹਾਕੇ ਐਥਲੈਟਿਕਸ ਦੇ ਫੀਲਡ ਦੇ ਨਾਲ ਜੁੜੇ ਹੋ। ਬਹੁਤ ਸਾਰੇ ਐਥਲੀਟ ਇੱਦਾਂ ਦੇ ਵੀ ਤਾਂ ਹੋਣਗੇ ਜਿਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਪਾਰ ਕਰਕੇ ਮੈਡਲਸ ਜਿੱਤੇ ਹੋਣਗੇ। ਹਾਂਜੀ, ਬਹੁਤ ਕਿੱਸੇ ਆ ਕਿ ਮਤਲਬ ਜਿਹਦੇ ਵਿੱਚ ਸਾਇੰਸ ਵੀ ਫੇਲ ਹੋ ਗਈ ਆ। ਇਹਦੇ ਵਿੱਚ ਜਿੱਦਾਂ ਸਾਡੇ ਸਰਦਾਰ ਬਹਾਦਰ ਸਿੰਘ ਪਦਮ ਸ਼੍ਰੀ ਹੋਏ ਬਾਅਦ 'ਚੋਂ, ਜਦੋਂ ਉਹਨਾਂ ਨੇ ਸਟਾਰਟਿੰਗ ਤੋਂ ਗੇਮ ਹੀ ਸਟਾਰਟ ਕੀਤੀ ਸੀ ਅਤੇ ਉਹਨਾਂ ਦੇ ਕਿਤੇ ਬੈਕ ਦੇ ਉੱਤੇ ਖਿੱਚ ਪੈ ਗਈ ਅਤੇ ਉਹ ਡਾਕਟਰ ਸਾਹਿਬ ਕੋਲ ਗਏ, 2-3 ਡਾਕਟਰਾਂ ਕੋਲ ਉਹਨਾਂ ਨੇ ਦਿਖਾਇਆ ਅਤੇ ਉਹ ਕਹਿੰਦੇ ਤੁਸੀਂ ਗੇਮ ਛੱਡ ਦਿਓ, ਤੁਸੀਂ ਇਹ ਕਰ ਨਹੀਂ ਸਕਦੇ ਕਿਉਂਕਿ ਬੈਕ ਦੀ ਇੱਦਾਂ ਦੀ ਪ੍ਰੋਬਲਮ ਆ। ਪਰ ਸਾਡੇ ਕੋਚ ਸਾਹਿਬ ਹੁੰਦੇ ਸੀ ਸਰਦਾਰ ਸ਼੍ਰੀ ਰਤਨ ਚੰਦ ਜੀ, ਅਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਉਹ ਇਹ ਛੋਟੀਆਂ ਮੋਟੀਆਂ, ਕਿਉਂਕਿ ਉਹਨਾਂ ਦਾ ਵੀ ਇੱਕ ਲਾਈਫ ਦਾ ਐਕਸਪੀਰੀਅੰਸ ਸੀਗਾ, ਉਹਨਾਂ ਨੇ ਕਿਹਾ ਆ ਵੀ ਤੈਨੂੰ ਐਕਸਰਸਾਈਜ਼ਾਂ ਕਰਾਉਣੀਆਂ। ਉਹਨਾਂ ਨੇ ਐਕਸਰਸਾਈਜ਼ ਕਰਵਾ ਕੇ ਉਹਨੂੰ ਠੀਕ ਕਰਤਾ। ਇੱਦਾਂ ਦੇ ਹਜ਼ਾਰਾਂ ਕਿੱਸੇ ਆ। ਹੁਣ ਇੱਕ ਟਵਿੰਕਲ ਚੌਧਰੀ ਲੜਕੀ ਸਾਡੇ ਕੋਲ ਆਈ ਸੀ 100 ਮੀਟਰ ਦਿੱਲੀ ਤੋਂ, ਉਹਦੇ ਨੀ ਦਾ ਐਕਸਰਾ ਕਰਵਾਇਆ ਜਦੋਂ ਆ ਕੇ, ਅਤੇ ਉਹ ਕਹਿੰਦੇ ਵੀ ਤੁਹਾਡਾ ਤਾਂ ਨੀ ਬਿਲਕੁਲ ਖਤਮ ਹੋ ਚੁੱਕਾ, ਤੁਸੀਂ ਕਰ ਨਹੀਂ ਸਕਦੇ ਗੇਮ, ਇਹ ਨਹੀਂ ਕਰ ਸਕਦੇ। ਪਰ ਉਸ ਤੋਂ ਬਾਅਦ ਉਹਨੇ ਮਤਲਬ ਇੰਟਰਨੈਸ਼ਨਲ ਵੀ ਹੋਈ ਆ, ਨੈਸ਼ਨਲ ਚੈਂਪੀਅਨ ਵੀ ਹੋਈ। ਮਤਲਬ ਇਹ ਇੱਕ ਵਾਰੀ ਨਹੀਂ, ਇਹ ਕਈ ਵਾਰੀ ਸਾਨੂੰ ਸਾਇੰਸ ਦੀ ਅਤੇ ਇੱਕ ਆਪਣੀ ਦ੍ਰਿੜ ਨਿਸ਼ਚਿਆ ਦੇ ਕਈ ਵਾਰੀ ਮੁਕਾਬਲਾ ਹੋਇਆ। ਬਹਾਦਰ ਸਿੰਘ ਵੀ ਓਲੰਪਿਕ ਤੋਂ ਪਹਿਲੇ, ਉਹਨਾਂ ਨੂੰ ਉਹ ਦੱਸ ਰਹੇ ਸੀ, ਅਸੀਂ ਬੈਠੇ ਸੀ ਇੱਕ ਦਿਨ, ਉਹ ਵੀ ਦੱਸ ਰਹੇ ਸੀ, ਕਹਿੰਦਾ ਮੇਰੇ ਨੀ ਦੇ ਐਕਸਰੇ ਹੋਏ, ਡਾਕਟਰ ਸਾਹਿਬ ਨੇ ਇੱਥੇ ਐਕਸਰੇ ਕੀਤੇ, ਉਹ ਕਹਿੰਦੇ ਵੀ ਤੂੰ ਛੱਡ ਦੇ ਗੇਮ, ਤੇ ਕਹਿੰਦਾ ਮੈਂ ਤਾਂ ਯਾਰ ਓਲੰਪਿਕ ਦੀ ਤਿਆਰੀ ਕਰ ਰਿਹਾ। ਅਤੇ ਉਹਨਾਂ ਦੇ ਰਸ਼ੀਅਨ ਕੋਚ ਸੀ ਉੱਥੇ, ਜਦੋਂ ਗਏ ਉਹਨਾਂ ਨੇ ਐਕਸਰਸਾਈਜ਼ ਕਹਿੰਦੇ ਡੋਂਟ ਵੈਰੀ, ਉਹਨਾਂ ਨੇ ਕਿਹਾ ਕੋਈ ਗੱਲ ਹੀ ਨਹੀਂ, ਕਹਿੰਦਾ ਉਹਨਾਂ ਨੇ ਐਕਸਰਸਾਈਜ਼ਾਂ ਮੈਨੂੰ ਦਿੱਤੀਆਂ, ਮੈਂ ਆਪਣੇ ਥਾਈਜ਼ ਮਜ਼ਬੂਤ ਕਰ ਲਏ, ਉਹਨਾਂ ਨੇ ਜੁਆਇੰਟ ਤੁਹਾਡੇ ਫੜ ਲਏ, ਅਤੇ ਕਹਿੰਦੇ ਉਸ ਤੋਂ ਬਾਅਦ ਮੈਂ ਸਗੋਂ ਜੋ ਪਹਿਲੇ ਨਾਲੋਂ ਵੀ ਤਗੜਾ ਹੋ ਗਿਆ। ਕਈ ਵਾਰੀ ਇੰਜਰੀ ਇਸ ਕਰਕੇ ਵੀ ਆਉਂਦੀ ਆ ਕਿ ਤੁਸੀਂ ਜੇ ਤੁਹਾਡੀ ਕੋਈ ਚੀਜ਼ ਵੀਕ ਆ, ਉਸ ਨੂੰ ਦੂਰ ਕਰਨ ਲਈ ਤੁਸੀਂ ਜੇ ਸੋਚੋ, ਤਾਂ ਬੜੇ ਐਥਲੀਟ ਇੱਦਾਂ ਦੇ ਹੋਏ ਆ ਜਿਹਨੇ ਇੰਜਰੀ ਤੋਂ ਬਾਅਦ ਉਹਨਾਂ ਨੇ ਵਰਲਡ ਕਲਾਸ ਪਰਫਾਰਮੈਂਸ ਦਿੱਤੀ ਆ। ਸਰਬਜੀਤ ਜੀ, ਕਹਿੰਦੇ ਨੇ ਕਿ ਮਿਲਖਾ ਸਿੰਘ ਜਦੋਂ ਪ੍ਰੈਕਟਿਸ ਕਰਦਾ ਸੀ ਤੇ ਗਰਾਊਂਡ ਵਿੱਚ ਹੀ ਬੇਹੋਸ਼ ਹੋ ਜਾਇਆ ਕਰਦਾ ਸੀ ਤੇ ਉਹਨੂੰ ਚੁੱਕ ਕੇ ਘਰ ਲਿਆਉਂਦੇ ਸੀ। ਕਿ ਅੱਜ ਦੇ ਦੌਰ, ਅੱਜ ਦੇ ਸਮੇਂ 'ਚ ਵੀ ਪੰਜਾਬ ਦੇ, ਭਾਰਤ ਦੇ ਇੱਦਾਂ ਦੇ ਐਥਲੀਟਸ ਨੇ? ਹਾਂ, ਜਨੂੰਨ ਤਾਂ ਅੱਜ ਦੇ ਐਥਲੀਟ 'ਚ ਵੀ ਆ, ਕਿਉਂਕਿ ਹਰ ਯੁੱਗ ਦੇ ਵਿੱਚ ਚੰਗੇ ਬੰਦੇ ਜਾਂ ਜਿਹੜੇ ਮਿਹਨਤੀ ਬੰਦੇ ਹਰੇਕ ਯੁੱਗ ਦੇ ਵਿੱਚ ਹੁੰਦੇ ਆ। ਮਿਲਖਾ ਸਿੰਘ ਜੀ ਤਾਂ ਇੱਕ ਲੀਜੈਂਡ ਸਾਡੇ ਹੋਏ ਆ, ਅਸੀਂ ਉਹਨਾਂ ਦੀ ਰਾਹਾਂ 'ਤੇ ਤੁਰਦੇ ਹੋਏ ਬੜੇ ਬੰਦੇ ਆ ਕਿ ਉਹਨਾਂ ਨੂੰ ਫੋਲੋ ਕਰਦੇ ਆ। ਪਰ ਉਹਦੇ ਨਾਲ ਹੀ ਆ ਨਾ, ਕਹਿੰਦੇ ਕਿ ਮੰਨਿਆ ਕੋਈ ਬਦਲੀ ਧੁੱਪਾਂ ਰੋਕ ਹੀ ਲੈਂਦੀ ਹੈ, ਮੰਨਿਆ ਕੋਈ ਬਦਲੀ ਧੁੱਪਾਂ ਰੋਕ ਹੀ ਲੈਂਦੀ ਏ, ਉਹ ਚਾਨਣ ਦੇ ਫੰਬਿਆਂ ਤਾਂ ਹੀ ਸੋਖ ਵੀ ਲੈਂਦੀ ਏ, ਪਰ ਨੂਰ ਦੇ ਜਾਏ ਕਦੇ ਗੁਲਾਮੀ ਗਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਅਤੇ ਇਹਦੇ ਵਿੱਚ ਇੱਕ ਪੈਰਾ ਆ ਬਹੁਤ ਵਧੀਆ ਕਿ ਹਰ ਬੰਦੇ ਦੇ ਅੰਦਰ ਵੀ ਕਸਤੂਰੀ ਹੁੰਦੀ ਹੈ, ਪਰ ਹਰ ਕੰਮ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ। ਅਤੇ ਮੋਮਬੱਤੀ ਦੇ ਲੋਅ ਦੇ ਉੱਤੇ ਕੜਾਏ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਅਤੇ ਮਤਲਬ ਮੋਮਬੱਤੀਆਂ ਦੇ ਉੱਤੇ ਨਹੀਂ, ਉਹਦਾ ਭਾਂਬੜ ਮਚਾਉਣਾ ਪੈਂਦਾ, ਉਹ ਅੱਗ ਮਚਾਉਣੀ ਪੈਂਦੀ ਆ, ਤਾਂ ਹੀ ਜਾ ਕੇ ਚੈਂਪੀਅਨ ਕਈ ਯੁੱਗਾਂ ਤੋਂ ਬਾਅਦ ਇੱਦਾਂ ਦੇ ਚੈਂਪੀਅਨ ਬਣਦੇ ਆ। ਅਤੇ ਮੈਨੂੰ ਆਸ ਆ ਕਿ ਅਸੀਂ ਜਿੱਦਾਂ ਮਿਲਖਾ ਸਿੰਘ ਜੀ ਦਾ ਜੋ ਸੁਪਨਾ ਰਹਿ ਗਿਆ ਸੀ, ਅਸੀਂ ਇੰਨਾ ਭਾਂਬੜ ਮਚਾਈਏ ਆਪਣੇ ਕਿ ਅਸੀਂ ਉਹ ਪੂਰਾ ਕਰ ਸਕੀਏ। ਖਾਸ ਕਰਕੇ ਪੰਜਾਬੀ ਲੋਕਾਂ ਨੂੰ ਮੈਨੂੰ ਇਹ ਲੱਗਦਾ ਕਿ ਹਿੰਦੁਸਤਾਨ 'ਚੋਂ ਕਰੇ, ਪੰਜਾਬੀਆਂ 'ਚੋਂ ਕਰੇ, ਪਰ ਇਹ ਜ਼ਰੂਰ ਕਰੀਏ, ਅਸੀਂ ਇੰਨਾ ਭਾਂਬੜ ਮਚਾਈਏ ਕਿ ਉਹਨਾਂ ਦਾ ਸੁਪਨਾ ਜ਼ਰੂਰ ਪੂਰਾ ਕਰੀਏ। ਤੁਹਾਡੀ ਗੱਲ ਤੇ ਸਹੀ ਹੈ ਸਰਬਜੀਤ ਜੀ, ਪਰ ਗੱਲ ਇਹ ਵੀ ਸਹੀ ਹੈ ਕਿ ਐਥਲੈਟਿਕਸ ਵਿੱਚ ਵੀ ਅੱਜ ਕੱਲ੍ਹ ਨਸ਼ਾ ਵੜਦਾ ਜਾ ਰਿਹਾ। ਅਸੀਂ ਤਾਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਨਸ਼ੇ ਛੱਡੋ, ਖੇਡਾਂ ਨੂੰ ਅਪਣਾਓ, ਪਰ ਜੇ ਐਥਲੀਟ ਹੀ ਨਸ਼ਾ ਕਰਨ ਲੱਗ ਪਏ ਤਾਂ ਫਿਰ ਗੱਲ ਕਿੱਧਰ ਨੂੰ ਜਾਊਗੀ?
ਹੁਣ ਸਾਲ 2019 ਵਿੱਚ ਹੀ ਕਹਿੰਦੇ ਨੇ ਕਿ 157 ਐਥਲੀਟਸ ਡੋਪਿੰਗ 'ਚ ਪੋਜ਼ਿਟਿਵ ਪਾਏ ਗਏ ਸੀ। ਤੁਸੀਂ ਕੀ ਕਹਿੰਦੇ ਹੋ? ਹਾਂਜੀ ਹਾਂਜੀ, ਹੁਣ ਵੀ ਤੁਸੀਂ ਕਰੋਨਾ ਪੀਰੀਅਡ ਦੇ ਵੀ ਦੇਖੋਗੇ ਵਰਲਡ ਦੇ ਬੜੇ ਐਥਲੀਟਾਂ ਨੂੰ ਉਹ ਜਦੋਂ ਵਾਰਡਾਂ ਵਾਲੇ ਜਾਂਦੇ ਰਹੇ ਆ ਉਹ ਸਕਿਪ ਕਰਦੇ ਰਹੇ ਆਪਣੇ ਟੈਸਟਾਂ ਨੂੰ। ਕਿਤੇ ਨਾ ਕਿਤੇ ਵਰਲਡ ਦੇ ਵਿੱਚ ਹੀ ਇਹ ਪ੍ਰੋਬਲਮ ਆ ਰਹੀ ਹੈ, ਇਕੱਲੇ ਭਾਰਤ ਦੇ ਵਿੱਚ ਨਹੀਂ, ਇਹ ਪੂਰੀ ਦੁਨੀਆ ਦੇ ਵਿੱਚ ਪ੍ਰੋਬਲਮ ਆ। ਅਤੇ ਕਈ ਵਾਰੀ ਤਾਂ ਇਹ ਜਾਣਬੁੱਝ ਕੇ ਵੀ ਕਰਵਾਇਆ ਜਾਂਦਾ ਦੇਸ਼ ਦੇ ਵਿੱਚ ਜਾਂ ਲੋਕਾਂ ਵੱਲੋਂ। ਅਤੇ ਕੁਛ ਸਾਡੀਆਂ ਕੰਪਨੀਜ਼ ਆ ਜਿਹੜੀਆਂ ਵੇਚਣ ਵਾਲੇ ਸਮਾਨ ਜਾਂ ਬਿਜ਼ਨਸ ਜਿਹੜੇ ਕਰ ਰਹੇ ਆ ਆਪਣਾ ਸਟੀਰੋਇਡ ਦਾ ਜਾਂ ਡਰੱਗਸ ਦਾ ਜਾਂ ਉਹਦੇ ਨਾਲ ਪ੍ਰੋਟੀਨ ਦਾ, ਕਈ ਵਾਰੀ ਉਹਨਾਂ ਦੇ ਵਿੱਚ ਵੀ ਮਿਕਸ ਪਾਇਆ ਜਾਂਦਾ। ਇਹਦੇ ਵਿੱਚ ਜਿੱਦਾਂ 2-3 ਉਦਾਹਰਨਾਂ ਆ, ਜਿੱਦਾਂ 4x400 ਮੀਟਰ ਰਿਲੇ ਦੇ ਵਿੱਚ ਸਾਡੇ ਐਥਲੀਟ ਜਿਹੜੇ ਚੰਗੇ ਸੀਗੇ, ਬਹੁਤ ਵਧੀਆ ਕੁੜੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਲਗਭਗ ਸਾਰੀਆਂ ਹੀ ਇਸ ਵਿੱਚ ਫਸ ਗਈਆਂ। ਉਹਨੂੰ ਬਾਅਦ 'ਚੋਂ ਛਾਣਬੀਣ ਹੋਈ ਅਤੇ ਉਹ ਕੋਈ ਜਿਨਸਿੰਗ ਦੀ ਸ਼ੀਸ਼ੀਆਂ ਲਿਆਂਦੀਆਂ ਸੀ ਜੋ ਕਿ ਨਾਰਮਲ ਟੋਨਿਕ ਆ ਇੱਕ, ਉਹਦੇ ਵਿੱਚ ਹੀ ਉਹ ਸਟੀਰੋਇਡ ਪਾਏ ਗਏ। ਕਿਉਂਕਿ ਅਸੀਂ ਨਾਰਮਲ ਕਿਤੋਂ ਵੀ ਟੈਸਟ ਕਰਵਾ ਨਹੀਂ ਸਕਦੇ ਕਿ ਸ਼ੀਸ਼ੀ ਬੰਦ ਨੂੰ। ਅਤੇ ਕਈ ਵਾਰੀ ਕੋਈ ਐਥਲੀਟ ਵੀ ਇੱਕ ਦੂਜੇ ਨੂੰ ਜਾਂ ਕਿਉਂਕਿ ਇੱਥੇ ਪ੍ਰਸਿੱਧੀ ਬਹੁਤ ਹੈ, ਜਿੱਥੇ ਪ੍ਰਸਿੱਧੀ ਆ ਉੱਥੇ ਤੁਹਾਡੀ ਦੁਸ਼ਮਣੀ ਜਾਂ ਲਾਲਚ ਹਰ ਚੀਜ਼ ਹੋ ਜਾਂਦੀ ਹੈ। ਕਈ ਵਾਰੀ ਪੈਸੇ ਦਾ ਵੀ ਬਹੁਤ ਵੱਡਾ ਰੋਲ ਹੁੰਦਾ। ਹੁਣ ਵੀ ਜਿਹੜੇ ਰੈਸਲਿੰਗ ਦਾ ਕਿੱਸਾ ਹੋਇਆ ਸੀ ਪਿਛਲੀ ਓਲੰਪਿਕ ਤੋਂ ਪਹਿਲੇ, ਇੱਦਾਂ ਹੀ ਇੱਕ ਸਾਈਕਲਿਸਟ ਹੋਏ ਆ ਫੋਰਨ ਕੰਟਰੀ ਦੇ ਵਿੱਚ, ਉਹਨਾਂ ਦਾ ਕੋਈ ਦੋਸਤ ਸੀ, ਉਹਨਾਂ ਨੂੰ ਉਹਨਾਂ ਦੀ ਪੇਸਟ ਦੇ ਵਿੱਚ ਇੰਜੈਕਟ ਕਰ ਦਿੰਦਾ ਸੀਗਾ ਇੰਜੈਕਸ਼ਨ, ਅਤੇ ਉਹ ਪੋਜ਼ੀਟਿਵ ਪਾਏ ਗਏ। ਮਤਲਬ ਜਿਹੜਾ ਤਾਂ ਜਾਣਬੁੱਝ ਕੇ ਕਰ ਰਿਹਾ ਉਹ ਤਾਂ ਹੈਗਾ ਹੀ ਹੈਗਾ, ਪਰ ਜਿਹੜਾ ਨੂੰ ਕਿਤੇ ਧੋਖੇ ਨਾਲ ਜਾਂ ਭੁਲੇਖੇ ਦੇ ਨਾਲ ਕੋਈ ਚੀਜ਼ ਇੱਦਾਂ ਦੀ ਮਿਲ ਜਾਂਦੀ, ਉਹਨਾਂ ਨੂੰ ਵੀ ਬਹੁਤ ਹੀ ਅਲਰਟ ਰਹਿਣ ਦੀ ਜ਼ਰੂਰਤ ਹੈ। ਕਿਉਂਕਿ ਇਸ ਤੋਂ ਬਾਅਦ ਕੋਈ ਸੁਣਵਾਈ ਨਹੀਂ, ਕੋਈ ਭਾਵੇਂ ਪਤਾ ਵੀ ਲੱਗ ਜਾਵੇ, ਪਰ ਤੁਹਾਨੂੰ ਪਹਿਲੀ ਵਾਰੀ 4 ਸਾਲ ਦਾ ਬੈਨ ਅਤੇ ਉਸ ਤੋਂ ਬਾਅਦ ਲਾਈਫ ਬੈਨ ਮਿਲ ਜਾਂਦਾ। ਅਤੇ ਇੱਕ ਐਥਲੀਟ ਨੂੰ ਗਰਾਊਂਡ ਤੋਂ ਛੁੱਟਣਾ ਇਹ ਮਰਨ ਦੇ ਬਰਾਬਰ ਹੋ ਜਾਂਦਾ, ਕਿਉਂਕਿ ਇੱਕ ਫੀਲਡ ਨੂੰ ਆਪਣਾ ਛੱਡ ਜਾਣਾ। ਅਤੇ ਮੈਂ ਤਾਂ ਇਹੀ ਐਥਲੀਟਾਂ ਨੂੰ ਕਹਿੰਦਾ ਹਾਂ ਕਿ ਜਿਹੜੇ ਵੀ ਕਿਸੇ ਦੇ ਝਾਂਸੇ 'ਚ ਨਾ ਹੋ। ਜੇ ਕੋਈ ਦੁਕਾਨਦਾਰ ਜਾਂ ਸਮਾਨ ਵੇਚਣ ਵਾਲਾ ਤੁਹਾਨੂੰ ਕਹਿੰਦਾ ਕਿ ਜਲਦੀ, ਰਾਹ ਲੰਬਾ ਜ਼ਰੂਰ ਹੁੰਦਾ ਪਰ ਉਹਦਾ ਮਜ਼ਾ ਆਪਣਾ ਆ ਜਦੋਂ ਤੁਸੀਂ ਮਿਹਨਤ ਕਰਕੇ ਆਪਣੀ ਮਿਹਨਤ ਦੇ ਨਾਲ ਜਿੱਤਦੇ ਆ। ਤਾਂ ਸਰਬਜੀਤ ਜੀ, ਇਹ ਵੀ ਸੁਣਿਆ ਹੈ ਕਿ ਇੱਕ ਵਾਰ ਜਮਸ਼ੇਦਪੁਰ ਵਿੱਚ ਸਬ ਜੂਨੀਅਰ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਹੋ ਰਹੀ ਸੀ ਅਤੇ ਉੱਥੇ ਸਿਰਿੰਜਸ ਡਿੱਗੀਆਂ ਹੋਈਆਂ ਪਾਈਆਂ ਗਈਆਂ, ਯਾਨੀ ਕਿ ਡਰੱਗਸ ਦੀਆਂ ਸਿਰਿੰਜਸ ਐਥਲੀਟਸ ਨੇ ਲਈਆਂ ਤਾਂ ਕਿ ਉਹਨਾਂ ਦੀ ਪਰਫਾਰਮੈਂਸ ਬੈਟਰ ਹੋ ਸਕੇ। ਸੋ ਤੁਸੀਂ ਸਮਝਦੇ ਹੋ ਕਿ ਇਸ ਬਾਰੇ ਜ਼ਿਆਦਾ ਸਾਵਧਾਨੀ, ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ? ਇਹ ਜਿਹੜੀਆਂ ਸਿਰਿੰਜਿਸ ਦਾ ਨਾ, ਇਹ ਇੱਕ ਵਹਿਮ ਬੱਚਿਆਂ ਨੂੰ ਪੈ ਚੁੱਕਾ ਆ। ਕਈਆਂ ਨੂੰ ਇਹ ਵਹਿਮ ਲੱਗ ਜਾਂਦਾ ਕਿ ਮੈਂ ਇੰਜੈਕਸ਼ਨ ਲਾ ਲਿਆ ਅਤੇ ਮੈਂ ਪਤਾ ਨਹੀਂ ਜਿੱਤ ਜਾਊਂਗਾ। ਉਹ ਇੱਕ ਦਿਨ ਦੇ ਵਿੱਚ ਕੁਛ ਨਹੀਂ ਹੋ ਸਕਦਾ। ਜੇ ਤੁਹਾਡੇ ਅੰਦਰ ਉਨੀ ਐਨਰਜੀ ਹੈ ਨਹੀਂ ਜਾਂ ਉਨੀ ਤੁਸੀਂ ਮਿਹਨਤ ਨਹੀਂ ਕੀਤੀ ਤਾਂ ਇੱਕ ਦਿਨ ਦੇ ਵਿੱਚ ਕੁਛ ਨਹੀਂ। ਇੱਕ ਆਪਣਾ ਡਰ ਖਤਮ ਕਰਨ ਨੂੰ ਨਾ, ਜਿੱਦਾਂ ਕੋਈ ਸਮਝ ਲਓ ਪਹਿਲੇ ਟੂਣਾ ਕਰ ਦਿੰਦੇ ਸੀ, ਅਤੇ ਇੱਦਾਂ ਹੀ ਕਈਆਂ ਨੂੰ ਵਹਿਮ ਹੋ ਜਾਂਦਾ ਕਿ ਸ਼ਾਇਦ ਇੰਜੈਕਸ਼ਨ ਲਾ ਕੇ ਮੈਂ ਇੰਜੈਕਸ਼ਨ ਤੋਂ ਬਿਨਾਂ ਮੈਂ ਭੱਜ ਨਹੀਂ ਸਕਦਾ ਜਾਂ ਕਿਸੇ ਗੋਲੀ ਤੋਂ ਬਿਨਾਂ ਭੱਜ ਨਹੀਂ ਸਕਦਾ। ਇਹਦੇ ਲਈ ਸਾਡੇ ਸਾਈਕੋਲੋਜਿਸਟ ਨੂੰ ਅੱਗੇ ਆਉਣਾ ਚਾਹੀਦਾ, ਸਾਡੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ। ਬੱਚਿਆਂ ਨੂੰ ਸ਼ੁਰੂ ਤੋਂ ਇਹਦੀ ਸਿੱਖਿਆ ਦੇਣੀ ਚਾਹੀਦੀ ਆ ਕਿ ਜੇ ਤੁਹਾਡੀ ਰੂਹ ਤਕੜੀ ਆ ਤਾਂ ਤੁਸੀਂ ਸਭ ਕੁਝ ਕਰ ਸਕਦੇ ਆ। ਅਤੇ ਕਿੱਡੀਆਂ ਜੰਗਾਂ ਦੇ ਵਿੱਚ ਨਗਾੜੇ ਵਜਾਏ ਜਾਂਦੇ ਸੀ, ਉਹਨਾਂ ਦੀ ਰੂਹ ਨੂੰ ਜਗਾਉਣ ਲਈ ਉਹ ਮੱਥਾ ਟੇਕ ਕੇ ਅਰਦਾਸ ਕਰਕੇ ਤੁਰਦੇ ਸੀ। ਅਰਦਾਸ ਦੇ ਵਿੱਚ ਬੜੀ ਤਾਕਤ ਆ। ਜੇ ਬੱਚਿਆਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਇਕਜੁੱਟ ਹੋ ਕੇ ਆਪਣੇ ਦਿਮਾਗ ਨੂੰ ਇਕਾਗਰਤਾ ਕਰਕੇ ਕੰਪੀਟੀਸ਼ਨ ਲੜੋ, ਅਤੇ ਕੋਈ ਵੀ ਤਾਕਤ ਤੁਹਾਨੂੰ ਹਟਾ ਨਹੀਂ ਸਕਦੀ। ਕਿਉਂਕਿ ਇਸੇ ਛੋਟੇ ਕੰਪੀਟੀਸ਼ਨ 'ਚ ਤੁਸੀਂ ਕਿਤੇ ਜਾ ਕੇ ਇੱਧਰ ਉੱਧਰ ਇੰਜੈਕਸ਼ਨ ਲਗਾ ਲੈਂਦੇ, ਪਰ ਜਦੋਂ ਤੁਸੀਂ ਓਲੰਪਿਕ ਲੈਵਲ 'ਤੇ ਜਾਓਗੇ ਜਾਂ ਏਸ਼ੀਅਨ ਗੇਮ ਲੈਵਲ 'ਤੇ ਜਾਓਗੇ, ਉੱਥੇ ਤੁਹਾਨੂੰ ਕਿਤੇ ਇੱਦਾਂ ਦੀ ਜਗ੍ਹਾ ਨਹੀਂ ਮਿਲਣੀ। ਤੁਹਾਡੀ ਤਲਾਸ਼ੀ ਹੋ ਸਕਦੀ ਆ, ਤੁਹਾਡੇ ਜੇ ਫੜੇ ਗਏ, ਕੋਈ ਸਿਰਿੰਜ ਖਾਲੀ ਵੀ ਫੜੀ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਬੈਨ ਆ। ਇਸ ਕਰਕੇ ਇਹਦਾ ਸਹਾਰਾ ਲੈ ਕੇ ਨਾ ਚੱਲੋ, ਕਿਉਂਕਿ ਤੁਸੀਂ ਜ਼ਿਆਦਾ ਦੂਰ ਤੱਕ ਨਹੀਂ ਜਾ ਪਾਓਗੇ। ਅੱਛਾ ਸਰਬਜੀਤ ਜੀ, ਸਾਡੇ NRI ਭਰਾ ਕਬੱਡੀ ਲਈ ਤੇ ਬਹੁਤ ਟੂਰਨਾਮੈਂਟ ਸਪਾਂਸਰ ਕਰਦੇ ਨੇ। ਤੁਸੀਂ ਮੰਨਦੇ ਹੋ ਕਿ ਐਥਲੈਟਿਕਸ ਲਈ ਵੀ ਇੱਦਾਂ ਦੀ ਸਪਾਂਸਰਸ਼ਿਪ, ਇੱਦਾਂ ਦੀ ਉਹਨਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ? ਦੇਖੋ, ਐਥਲੈਟਿਕਸ ਇੱਕ ਵਰਲਡ ਲੈਵਲ ਦੀ ਗੇਮ ਆ, ਇਹਨੂੰ ਮਦਰ ਆਫ ਗੇਮਸ ਵੀ ਕਿਹਾ ਜਾਂਦਾ ਆ। ਠੀਕ ਆ ਕਿ ਸਾਨੂੰ ਕਬੱਡੀ ਵਰਗੀਆਂ ਗੇਮਸ ਦੇ ਵਿੱਚ ਵੀ ਸਪੀਡ ਆਉਂਦੀ ਆ, ਸਟਰੈਂਥ ਆਉਂਦੀ ਆ, ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਕਿ ਜਿੰਨਾ ਬੱਚੇ ਦੀ ਡਿਵੈਲਪਮੈਂਟ ਹੁੰਦੀ ਆ, ਉਹ ਵੀ ਖੇਡਣੀਆਂ ਆਪਣੇ ਥਾਂ 'ਤੇ ਬਹੁਤ ਵਧੀਆ ਆ। ਪਰ ਸਾਨੂੰ ਜੇ ਅਸੀਂ ਦੁਨੀਆ ਦੇ ਵਿੱਚ ਆਪਣੇ ਨਾਮ ਖੱਟਣਾ ਆ ਅਤੇ ਸਾਨੂੰ ਇੰਟਰਨੈਸ਼ਨਲ ਗੇਮਸ ਦੇ ਉੱਤੇ ਧਿਆਨ ਦੇਣਾ ਪਊਗਾ। ਜਿੱਦਾਂ ਐਥਲੈਟਿਕਸ ਹੋ ਗਈ, ਇਹ ਪੂਰੇ ਵਰਲਡ ਦੇ ਵਿੱਚ ਹੀ ਖੇਡੀ ਜਾਂਦੀ ਹੈ ਐਥਲੈਟਿਕ। ਜੇ ਕੋਈ ਮਤਲਬ 2000 ਦਾ ਵੀ ਕੋਈ ਮੁਲਕ ਹੋਵੇ ਨਾ, ਜੇ 2000 ਜਿੱਥੇ ਦੀ ਆਬਾਦੀ ਹੋਵੇ ਸ਼ਾਇਦ, ਉਹ ਵੀ ਇਹ ਗੇਮ ਖੇਡਦੇ ਆ। ਅਤੇ ਇਸ ਕਰਕੇ NRI ਵੀਰਾਂ ਨੂੰ ਚਾਹੀਦਾ ਕਿ ਜਿੱਥੇ ਕਬੱਡੀ ਵਰਗੇ ਟੂਰਨਾਮੈਂਟ ਕਰਾਏ ਜਾਂਦੇ ਆ, ਉੱਥੇ ਕੋਈ ਇੰਟਰਨੈਸ਼ਨਲ ਗੇਮਸ ਆ, ਜਿੱਦਾਂ ਬਾਸਕਿਟਬਾਲ ਹੋ ਗਈ, ਫੁੱਟਬਾਲ ਹੋ ਗਈ, ਐਥਲੈਟਿਕਸ ਹੋ ਗਈ, ਇਹ ਸਾਰੀਆਂ ਗੇਮਸ 'ਤੇ ਵੀ ਧਿਆਨ ਦੇਣਾ ਚਾਹੀਦਾ। ਕਿਉਂਕਿ ਬੱਚਿਆਂ ਦੀ ਐਨਰਜੀ ਕਨਵਰਟ ਕਰਨ ਦਾ ਇਸ ਤੋਂ ਵੱਡਾ ਤਰੀਕਾ ਨਹੀਂ। ਮੈਂ ਕਿ ਸਾਈਕਲਿੰਗ 'ਤੇ ਕਈ ਵਾਰੀ ਜਾਈਦਾ ਆ, ਅਤੇ ਮੈਂ ਇਹੀ ਦੇਖਦਾ ਜਦੋਂ ਪਿੰਡ ਦੇ ਵਿੱਚ ਵੜਦਾ ਨਾ,
ਤੇ ਗੁੰਬਦ ਜਿਹੜੇ ਧਾਰਮਿਕ ਸਥਾਨਾਂ ਦੇ ਗੁੰਬਦ ਇੰਨੇ ਵਧੀਆ ਚਮਕ ਰਹੇ ਹੁੰਦੇ ਤੇ ਉਹ ਕਾਫੀ ਸਥਾਨ ਇਦਾਂ ਦੇ ਹੁੰਦੇ ਪਿੰਡ 'ਚ ਇੱਕ ਵੀ ਬਣਾਇਆ ਜਾ ਸਕਦਾ ਕਿ ਸਾਰੇ ਰਲ ਮਿਲ ਕੇ ਉੱਥੇ ਸਲਾਹ ਵੀ ਕਰ ਸਕਣ ਤੇ ਆਪਣੀ ਪਾਠ ਪੂਜਾ ਵੀ ਕਰ ਸਕਣ। ਤੇ ਜਦੋਂ ਮੈਂ ਗਰਾਊਂਡ ਦੇ ਵਿੱਚ ਝਾਤੀ ਮਾਰਦਾ, ਗਰਾਊਂਡ ਤੁਹਾਨੂੰ ਅਟਰੈਕਟਿਵ ਨਹੀਂ ਕਰਦੀ ਹੁੰਦੀ, ਅਟਰੈਕਟ ਨਹੀਂ ਕਰ ਪਾਉਂਦੀ ਕਿ ਇੰਨੀ ਸੋਹਣੀ ਹੋਣੀ ਚਾਹੀਦੀ ਗਰਾਊਂਡ ਕਿ ਬੱਚੇ ਦਾ ਦਿਲ ਕਰੇ, ਉਹਦਾ ਮਨ ਕਰੇ ਕਿ ਮੈਂ ਉਹਦੇ ਵਿੱਚ ਜਾਵਾਂ ਤੇ ਉਹਦੇ ਵਿੱਚ ਖੇਡਾਂ ਜਾ ਕੇ। ਤੇ ਸਾਡੇ ਪਿੰਡਾਂ ਨੂੰ ਵੀ ਚਾਹੀਦਾ, ਬੜੇ ਮੁੰਡੇ ਆ ਸਾਡੇ ਜਿਹੜੇ ਐਥਲੀਟ ਆ ਪਿੰਡਾਂ ਦੇ ਵਿੱਚ ਜਿਹੜੇ ਵਿਹਲੇ ਆ, ਜੇ ਉਹਨਾਂ ਨੂੰ ਉੱਥੇ ਦੀ ਡਿਊਟੀ ਦਿੱਤੀ ਜਾਵੇ ਪਿੰਡ ਵਾਲਿਆਂ ਨੂੰ ਰਲ ਕੇ, ਕਿਉਂਕਿ ਤੁਸੀਂ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਆ ਤੇ ਉਹਨਾਂ ਨੂੰ ਤਾਕਤਵਰ ਬਣਾਉਣਾ ਪਊਗਾ। ਨਵੀਆਂ ਬਿਮਾਰੀਆਂ ਆ ਰਹੀਆਂ, ਦੇਖ ਲਓ ਕਰੋਨਾ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਉਹੀ ਬੰਦੇ ਜ਼ਿਆਦਾ ਚੰਗੀ ਤਰ੍ਹਾਂ ਬਚ ਪਾਉਂਦੇ ਆ ਜਿਹੜੇ ਤੰਦਰੁਸਤ ਆ। ਇੱਦਾਂ ਹੀ ਉਹ ਆਪਣੇ ਬੱਚਿਆਂ ਨੂੰ ਜੇ ਸੱਚਮੁੱਚ ਬਚਾਉਣਾ, ਜਿੱਥੇ ਧਾਰਮਿਕ ਸਥਾਨਾਂ 'ਤੇ ਤੁਹਾਨੂੰ ਆਪਣੀ ਸ਼ਾਂਤੀ ਦੀ ਜ਼ਰੂਰਤ ਆ, ਉੱਥੇ ਹੀ ਆਪਣੇ ਸਰੀਰ ਨੂੰ ਵੀ ਤਕੜੇ ਕਰਨ ਦੀ ਜ਼ਰੂਰਤ ਆ। ਸਾਡੀਆਂ ਗਰਾਊਂਡਾਂ ਨੂੰ ਬਹੁਤ ਸੋਹਣਾ ਤੇ ਬਹੁਤ ਸੁੰਦਰ ਤੇ ਅਟਰੈਕਟਿਵ ਕਿੱਦਾਂ ਬਣਾਇਆ ਜਾਣਾ ਚਾਹੀਦਾ ਹੈ ਪਿੰਡਾਂ ਵਾਲਿਆਂ ਨੂੰ, ਸਾਰੇ ਸਮਾਜ ਨੂੰ, ਜਿਹੜੇ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਸੋਚ ਕੇ ਜ਼ਰੂਰ ਕਰਨਾ ਚਾਹੀਦਾ। ਜਿੱਥੇ ਛੋਟੀ ਜਗ੍ਹਾ ਉੱਥੇ ਛੋਟੀ ਗਰਾਊਂਡ ਬਣਾਈ ਜਾਵੇ, ਜਿੱਥੇ ਵੱਡੀ ਜਗ੍ਹਾ ਵੱਡੀ ਬਣਾਈ ਜਾਵੇ। ਸਰਬਜੀਤ ਜੀ, ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੀਆਂ ਖੇਡਾਂ ਨੇ ਉਹਦੇ 'ਚ ਫਿਊਚਰ ਕੋਈ ਇੰਨਾ ਜ਼ਿਆਦਾ ਬ੍ਰਾਈਟ ਨਹੀਂ ਹੈ, ਸਪੋਰਟਸਮੈਨ ਨੂੰ ਨੌਕਰੀ ਨਹੀਂ ਮਿਲਦੀ। ਪਰ ਜੇ ਪੰਜਾਬ ਸਰਕਾਰ ਕੋਲੋਂ ਪੁੱਛੋ ਤੇ ਉਹ ਕਹਿੰਦੇ ਕਿ ਕਿਉਂ ਨਹੀਂ ਮਿਲਦੀ। ਜੁਲਾਈ ਦੇ ਵਿੱਚ ਅਸੀਂ ਅਮੈਂਡਮੈਂਟ ਕੀਤੀ ਹੈ ਜਿਸ ਨਾਲ ਜਿੰਨੇ ਵੀ ਨੈਸ਼ਨਲ ਗੇਮਸ 'ਚੋਂ ਕੋਈ ਮੈਡਲ ਜਿੱਤਿਆ ਜਾਂ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਪਾਰਟਿਸਿਪੇਟ ਕਰਕੇ ਕੁਝ ਪ੍ਰਾਪਤੀ ਕੀਤੀ ਹੈ ਤੇ ਉਹਨੂੰ ਕਲਾਸ 2 ਜਾਂ ਕਲਾਸ 1 ਜੌਬ ਮਿਲੇਗੀ। ਤੁਸੀਂ ਕੀ ਸਮਝਦੇ ਹੋ, ਫਿਊਚਰ ਬ੍ਰਾਈਟ ਹੈ ਸਪੋਰਟਸਮੈਨ ਦਾ? ਦੇਖੋ, ਇੱਕ ਸੈਟਲਮੈਂਟ ਹੋਣੀ ਤਾਂ ਬਹੁਤ ਜ਼ਰੂਰੀ ਹੈ। ਤੁਸੀਂ ਦੇਖਿਆ ਕਿ ਪਹਿਲੇ ਕੀ ਹੁੰਦਾ ਸੀ ਕਿ ਇੰਟਰ ਕਾਲਜ ਦੇ ਵਿੱਚ ਵੀ ਕੋਈ ਮੈਡਲ ਆ ਜਾਂਦਾ ਸੀ ਤੇ ਉਹਨੂੰ ਜੌਬ ਮਿਲ ਜਾਂਦੀ ਸੀ। ਅੱਜ ਸਾਡੇ ਨੈਸ਼ਨਲ ਮੈਡਲਿਸਟ ਵੀ ਜੌਬ ਤੋਂ ਵਾਂਝੇ ਆ। ਤੇ ਜੇ ਜੌਬ ਮਿਲੂਗੀ ਤਾਂ ਹੀ ਲੋਕ ਇਹ ਸਪੋਰਟਸ ਵੱਲ ਅਟਰੈਕਟਿਵ ਹੋਣਗੇ, ਕਿਉਂਕਿ ਲਾਈਫ ਦੇ ਵਿੱਚ ਤੁਸੀਂ 35 ਸਾਲ ਤੱਕ 40 ਸਾਲ ਤੱਕ ਸਪੋਰਟਸ ਕਰ ਲਓਗੇ, ਪਰ ਉਸ ਤੋਂ ਬਾਅਦ ਤੁਹਾਨੂੰ ਜੀਵਿਕਾ ਕਮਾਉਣ ਲਈ, ਜੀਣ ਲਈ, ਕਿਉਂਕਿ ਜਦੋਂ ਤੁਸੀਂ ਸਪੋਰਟਸ ਕਰਦੇ ਆ ਪੂਰੇ ਡਿਵੋਟੀ ਹੋ ਕੇ ਕਰਦੇ ਆ, ਤੁਹਾਡੇ ਕੋਲ ਹੋਰ ਕੋਈ ਸਕਿੱਲ ਨਹੀਂ ਹੁੰਦਾ, ਉਹੀ ਸਪੋਰਟਸ ਹੀ ਤੁਹਾਡਾ ਸਕਿੱਲ ਆ, ਸਪੋਰਟਸ ਹੀ ਸਭ ਕੁਝ ਆ। ਤੇ ਜਦੋਂ ਤੁਸੀਂ ਸਾਰੀ ਉਮਰ ਉਸ ਕੰਮ ਵਿੱਚ ਲਾਤੀ ਤੇ ਤੁਸੀਂ ਕੋਈ ਨਵਾਂ ਸਕਿੱਲ ਉਹਨਾਂ ਸਿੱਖ ਨਹੀਂ ਸਕਦੇ ਉਨੀ ਚੰਗੀ ਤਰ੍ਹਾਂ ਨੂੰ। ਤੇ ਸਰਕਾਰ ਨੂੰ ਇਹ ਚਾਹੀਦਾ ਕਿ ਜਿੱਥੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਸਮੇਂ ਸਿਰ ਦਿੱਤੇ ਜਾਣ। ਹੁਣ ਕਈ ਵਾਰੀ ਤਾਂ ਇਦਾਂ ਹੁੰਦਾ ਆ ਕਿ 10-10 ਸਾਲ ਬਾਅਦ ਕੈਸ਼ ਪ੍ਰਾਈਜ਼ ਦਿੰਦੇ, 5-5 ਸਾਲ ਬਾਅਦ ਕੈਸ਼ ਪ੍ਰਾਈਜ਼ ਦਿੰਦੇ, ਕਿ ਉਹਦੇ ਫਿਰ ਕਿਸੇ ਐਥਲੀਟ ਦੇ ਕੰਮ ਨਹੀਂ ਆਉਂਦੇ, ਉਹ ਅਗਲੀ ਪੀੜ੍ਹੀ ਦੇ ਕੰਮ ਆਉਂਦੇ। ਜਾਂ ਤਾਂ ਉਹ ਗੇਮ ਛੱਡ ਚੁੱਕਾ ਹੁੰਦਾ ਆ ਜਾਂ ਛੱਡਣ ਦੇ ਕੰਢੇ 'ਤੇ ਹੁੰਦਾ ਆ। ਤੇ ਇਹਦੇ ਮਤਲਬ ਗੇਮ ਦੇ ਨਾਲ ਉਹਨਾਂ ਨੂੰ ਕੋਚਿਜ਼ ਨੂੰ ਵੀ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ, ਕਿਉਂਕਿ ਇਹ ਸਪੋਰਟਸ ਸਾਡੇ ਬਹੁਤ ਜ਼ਿਆਦਾ ਜ਼ਰੂਰੀ ਆ ਆਉਣ ਵਾਲੀ ਜਨਰੇਸ਼ਨ ਲਈ। ਕਿਉਂਕਿ ਹੁਣ ਹੱਥੀਂ ਮਿਹਨਤੀ ਕੰਮ ਤਾਂ ਰਹਿ ਨਹੀਂ ਗਏ, ਅਸੀਂ ਕੰਪਿਊਟਰ 'ਤੇ ਬੱਚੇ ਬਿਜ਼ੀ ਹੋ ਗਏ ਆ, ਮੋਬਾਈਲਾਂ 'ਤੇ ਬਿਜ਼ੀ ਹੋ ਗਏ। ਮੋਬਾਈਲ ਦੇ ਵਿੱਚ ਵੀ ਉਹ ਹਰ ਵੇਲੇ ਬਿਜ਼ੀ ਰਹਿਣਾ ਉਹਨਾਂ ਦੀ ਸਿਹਤ ਨੂੰ ਘਟਾ ਰਿਹਾ। ਤੇ ਸਾਨੂੰ ਉਹਨਾਂ ਨੂੰ ਗਰਾਊਂਡਾਂ 'ਚ ਲਿਆਉਣ ਲਈ ਕੀ ਕਰਨਾ ਪਵੇਗਾ, ਇਹ ਸੋਚਣਾ ਪਵੇਗਾ ਸਾਨੂੰ। ਸਰਬਜੀਤ ਜੀ, ਐਥਲੈਟਿਕਸ ਵਿੱਚ ਇੰਨੇ ਮੁਲਕ ਨੇ ਜਿਹੜੇ ਇਹਦੇ 'ਚ ਪ੍ਰਤੀਨਿਧਤਾ ਕਰਦੇ ਨੇ, ਅਮਰੀਕਾ ਵਰਗੇ, ਚਾਈਨਾ ਵਰਗੇ ਵੱਡੇ ਦਿੱਗਜ ਨੇ, ਫਿਰ ਹੋਰ ਸੈਂਕੜੇ ਮੁਲਕ ਨੇ, ਔਰ ਇਹਨਾਂ ਮੁਕਾਬਲਿਆਂ 'ਚ ਇੰਨੀ ਭੀੜ ਵਿੱਚ ਕਿਸੇ ਭਾਰਤੀ ਐਥਲੀਟ ਦੀ ਪਛਾਣ ਬਣਨਾ, ਤੁਸੀਂ ਕੀ ਸਮਝਦੇ ਹੋ ਕਿੰਨਾ ਕੁ ਚੁਣੌਤੀ ਵਾਲਾ ਕੰਮ ਹੈ? ਦੇਖੋ, ਮੈਂ ਤਾਂ ਕਈ ਵਾਰੀ ਇਹ ਕਹਿੰਦਾ ਹੁੰਦਾ ਕਿ ਅਮੀਰ ਮੁਲਕ ਤਾਂ ਜਿੱਥੇ ਵਧੀਆ ਪਰਫਾਰਮੈਂਸ ਦਿੰਦੇ ਆ, ਪਰ ਤੁਸੀਂ ਦੇਖੋ ਜਮੈਕਾ, ਕੀਨੀਆ ਤੇ ਜਾਂ ਇੱਦਾਂ ਦੇ ਅਫਰੀਕਨ ਕੰਟਰੀਜ਼ ਆ, ਉਹਨਾਂ ਦੀ ਪਰਫਾਰਮੈਂਸ ਕਈ ਵਾਰੀ ਅਮਰੀਕਨ ਨੂੰ ਵੀ ਬੀਟ ਕਰਨ ਵਾਲੀ ਹੁੰਦੀ ਹੈ। ਉਸੈਨ ਬੋਲਟ ਤੁਸੀਂ ਦੇਖਿਆ ਪਿੱਛੇ, ਉਸ ਤੋਂ ਇਲਾਵਾ ਐਥਲੀਟ ਨਿਕਲਦੇ ਰਹਿੰਦੇ, ਲੌਂਗ ਡਿਸਟੈਂਸ ਦੇ ਵਿੱਚ ਵੀ ਨਿਕਲਦੇ ਰਹਿੰਦੇ। ਪਰ ਉੱਥੇ ਇਹ ਆ ਕਿ ਬੱਚਿਆਂ ਕੋਲ ਦੇਖੋ ਮੋਬਾਈਲ ਨਹੀਂ ਹੈਗੇ, ਉਹਨਾਂ ਕੋਲ ਕੋਈ ਆਉਣ ਜਾਣ ਦਾ ਸਕੂਲਾਂ ਵਿੱਚ ਸਾਧਨ ਨਹੀਂ। ਉੱਥੇ ਜਿੰਨੇ ਕੈਂਪ ਲੱਗਦੇ ਉਹ ਦੱਸਦੇ ਬੱਚੇ ਭੱਜ ਕੇ ਸਕੂਲਾਂ ਨੂੰ ਜਾ ਰਹੇ ਆ, ਭੱਜ ਕੇ ਕਿ ਜਿਹੜੇ ਮਰਜ਼ੀ ਕੰਮ ਕਰ ਰਹੇ। ਜਿੱਥੇ ਸਾਨੂੰ ਉਸ ਗਰੀਬਾਂ ਮੁਲਕਾਂ ਵੱਲ ਵੀ ਦੇਖਣਾ ਚਾਹੀਦਾ। ਜੇ ਸਾਡੇ ਕੋਲ ਸਮਾਨ ਨਹੀਂ, ਸਾਨੂੰ ਜਿੱਦਾਂ 8 ਲਾਈਨਾਂ ਦੀ ਟਰੈਕ ਦੇ ਥਾਂ 'ਤੇ 3 ਲਾਈਨਾਂ ਦਾ ਟਰੈਕ ਬਣਾ ਦਿਓ, ਉੱਥੇ ਵੀ ਇੱਦਾਂ ਬਣੇ ਹੋਏ ਆ। ਜ਼ਰੂਰੀ ਨਹੀਂ ਕਿ 400 ਦਾ ਟਰੈਕ ਬਣਾਉਣਾ, ਜੇ ਤੁਹਾਡੇ ਕੋਲ 300 ਮੀਟਰ ਜਗ੍ਹਾ ਬਣਦੀ 300 ਮੀਟਰ ਦਾ ਬਣਾ ਦਿਓ। ਤੇ ਉਸ ਤੋਂ ਇਲਾਵਾ ਬੱਚਿਆਂ ਨੂੰ ਖੇਡਣ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਆ। ਮੈਨੂੰ ਲੱਗਦਾ ਕਿ ਰੱਬ ਨੇ ਇਹ ਪਰਫਾਰਮੈਂਸ ਦੇ ਕੇ ਨਾ ਕਈ ਅਫਰੀਕਨ ਕੰਟਰੀਆਂ ਨੂੰ ਇਹ ਸਾਨੂੰ ਦੱਸਦਾ ਕਿ ਜ਼ਰੂਰੀ ਨਹੀਂ ਕਿ ਇਹ ਬਦਾਮਾਂ ਨਾਲ ਹੀ ਸਭ ਕੁਝ ਹੁੰਦਾ, ਕਈ ਵਾਰੀ ਛੋਲਿਆਂ ਨਾਲ ਵੀ ਤੁਸੀਂ ਉਹ ਕੰਮ ਕਰ ਸਕਦੇ ਆ। ਇਸ ਕਰਕੇ ਸਾਨੂੰ ਉਸ ਵੱਲ ਨਹੀਂ ਦੇਖਣਾ ਚਾਹੀਦਾ ਕਿ ਸਾਨੂੰ ਬਹੁਤ ਜ਼ਿਆਦੀਆਂ ਇੱਦਾਂ ਦੀਆਂ ਸਹੂਲਤਾਂ ਹੋਣ ਕਿ ਸਾਡੇ ਕੋਲ ਇੱਦਾਂ ਦੀਆਂ ਮਸ਼ੀਨਾਂ ਹੋਣ ਜਾਂ ਸਾਡੇ ਕੋਲ ਇੱਦਾਂ ਦੀ ਡਾਈਟ ਹੋਵੇ। ਅਸੀਂ ਆਪਣੀ
ਜਿਹੜੇ ਸੋਰਸਿਸ ਆ ਜਿੱਦਾਂ ਦੀ ਡਾਈਟ ਦੇ, ਉਹ ਸੋਰਸ ਲੱਭਣੇ ਚਾਹੀਦੇ ਆ ਸਾਨੂੰ ਕਿ ਅਸੀਂ ਕਿੱਦਾਂ ਤਕੜੇ ਹੋ ਸਕਦੇ। ਨਾਲ ਸਾਨੂੰ ਮਿਹਨਤ ਬਹੁਤ ਜ਼ਰੂਰੀ ਕਰਨੀ ਪਏਗੀ ਅਤੇ ਉਹ ਬਚਪਨ ਤੋਂ ਹੀ ਬੱਚਿਆਂ ਨੂੰ ਆਦਤ ਪਾਉਣੀ ਪਏਗੀ। ਅਸੀਂ ਦੇਖਿਆ ਕਿ ਹੁਣ ਬੱਚੇ ਨੇ ਕਿਤੇ 200 ਮੀਟਰ ਵੀ ਜਾਣਾ ਹੋਵੇ ਅਤੇ ਆਪਾਂ ਸਕੂਟਰ 'ਤੇ ਜਾਂਦੇ ਹਾਂ ਜਾਂ ਮੋਟਰਸਾਈਕਲ 'ਤੇ ਜਾਂਦੇ ਹਾਂ, ਅਤੇ ਅਫਰੀਕਾ ਦੇ ਵਿੱਚ ਜਿਹੜੇ ਬੱਚੇ ਨੇ 10 ਕਿਲੋਮੀਟਰ ਸਕੂਲ ਵੀ ਜਾਣਾ ਹੋਵੇ ਉਹ ਰਨਿੰਗ ਕਰਕੇ ਜਾਂਦਾ, ਭੱਜ ਕੇ ਜਾਂਦਾ। ਉਹ ਕਹਿੰਦੇ ਕਿ ਜਦੋਂ ਅਸੀਂ ਟ੍ਰੇਨਿੰਗ ਕਰਨ ਜਾਂਦੇ ਸੀ, ਸਾਡੇ ਜਿਹੜੇ ਐਥਲੀਟ ਉੱਥੇ ਕੈਂਪ 'ਤੇ ਜਾਂਦੇ ਸੀ, ਸਾਡੇ ਨਾਲ ਬੱਚੇ ਭੱਜ ਪੈਂਦੇ ਸੀ ਨੋਰਮਲ ਉਹਨਾਂ ਦੇ, ਉਹ ਸਾਡੀ ਪੇਸ 'ਤੇ ਭੱਜ ਕੇ ਸਕੂਲੇ ਚਲ ਜਾਂਦੇ ਸੀ। ਅਤੇ ਇਸ ਕਰਕੇ ਸਾਨੂੰ ਵੀ ਇਹ ਆਦਤ ਇੱਦਾਂ ਦੇ ਸ਼ੌਂਕ ਪਾਉਣੇ ਚਾਹੀਦੇ ਆ ਬੱਚਿਆਂ ਨੂੰ ਕਿ ਉਹ ਸਾਈਕਲ ਜਾਂ ਆਪਣੀ ਰਨਿੰਗ ਜਾਂ ਤੁਰ ਕੇ ਜਾਂ ਇਹ ਚੀਜ਼ਾਂ ਨੂੰ ਯੂਜ਼ ਕਰਨ। ਆਪਣੇ ਤੇ ਆਪ 'ਤੇ ਆਪਣੇ ਸੈਲਫ ਉਹਨਾਂ ਨੂੰ ਹੋਣਾ ਚਾਹੀਦਾ ਕਿ ਅਸੀਂ ਇਹ ਕੰਮ ਕਰਨੇ ਆ। ਪੰਜਾਬ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਐਥਲੈਟਿਕਸ ਦੀਆਂ ਸੰਭਾਵਨਾਵਾਂ ਕਿੱਦਾਂ ਨੇ? ਪੰਜਾਬ ਦੇ ਵਿੱਚ ਇੱਕ ਤਾਂ ਜਿਹੜੀ ਜੋਬ ਦੀ ਬੜੀ ਪ੍ਰੋਬਲਮ ਆ ਰਹੀ ਆ ਕਿ ਜਿਹੜੀਆਂ ਲੋਕਲ ਪਹਿਲੇ ਪੰਜਾਬ ਪੁਲਿਸ ਦੇ ਵਿੱਚ ਜੋਬ ਆ ਜਾਂਦੀ ਸੀਗੀ, ਫਿਰ ਉਸ ਦੇ ਨਾਲ ਜੇ ਹੁਣ ਪੰਜਾਬ ਪੁਲਿਸ ਦੇ ਵਿੱਚ ਜੋਬ ਆਈ ਵੀ ਆ, ਪਿਛਲੇ 7-8 ਮਹੀਨਿਆਂ ਤੋਂ ਉਹ ਬੱਚੇ ਸਾਰੇ ਡਿਊਟੀ 'ਤੇ ਆ। ਕੋਈ ਵੀ ਨੇਤਾ, ਕੋਈ ਵੀ ਉਹਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਸਿਰਫ 400-500 ਐਥਲੀਟ ਆ। ਜੇ ਅਸੀਂ ਉਹਨਾਂ ਨੂੰ ਦਿਖਾਵਾਂਗੇ ਨਹੀਂ ਤੇ ਉਹ ਥੱਲਿਓਂ ਦੇਖ ਕੇ ਹੀ ਬੱਚੇ ਉੱਤੇ ਆਉਣਗੇ। ਉਹ ਸਾਡੇ ਮਾਡਲ ਬਣਨ ਵਾਲੇ ਆ, ਕਿਉਂਕਿ 18 ਤੋਂ 25 ਸਾਲ ਉਹੀ ਏਜ ਹੁੰਦੀ ਜਦੋਂ ਅਸੀਂ ਭਰਤੀ ਹੁੰਦੇ, 18-19 ਸਾਲ ਤੋਂ 25 ਸਾਲ ਦੇ ਵਿੱਚ। ਅਤੇ ਉਦੋਂ ਸੰਭਾਲ ਕੇ ਸਾਨੂੰ ਮਾਡਲ ਜ਼ਰੂਰ ਤਿਆਰ ਕਰਨੇ ਪੈਣਗੇ। ਜਿੱਦਾਂ ਪੁਰਾਣੇ ਲੋਕ ਹੁਣ ਭਗਤ ਸਿੰਘ ਜੀ ਨੂੰ ਦੇਖਦੇ ਸੀ, ਬੰਦਾ ਬਹਾਦਰ ਨੂੰ ਦੇਖਦੇ ਸੀ, ਉਹ ਕਹਿੰਦੇ ਸੀ ਇੱਦਾਂ ਦਾ ਬਣਨਾ। ਹੁਣ ਜੇ ਐਥਲੀਟ ਆ, ਮਿਲਖਾ ਸਿੰਘ ਨੂੰ ਦੇਖਦੇ ਸੀ, ਮਿਲਖਾ ਸਿੰਘ ਵਰਗਾ ਬਣਨਾ। ਹੁਣ ਜੇ ਸਾਨੂੰ ਐਥਲੀਟ ਹੀ ਨਹੀਂ ਮਿਲਣਗੇ, ਉਹ ਦਿਸਣਗੇ ਨਹੀਂ, ਉਹਨਾਂ ਨੂੰ ਤੁਸੀਂ ਭਰਤੀ ਆਪਣੇ ਕੀਤਾ ਆ ਸਪੋਰਟਸ ਲਈ, ਤੁਸੀਂ ਉਹਨਾਂ ਨੂੰ ਚੌਂਕਾਂ ਦੇ ਵਿੱਚ ਖੜਾ ਕਰ ਦਿੱਤਾ, ਫਿਰ ਤੁਸੀਂ ਕਹੋਗੇ ਹਾਂ ਵੀ ਡਿਊਟੀ ਵੀ ਵਧੀਆ ਕਰਨ, ਕਿਉਂਕਿ ਜਦੋਂ ਉਹਨਾਂ ਦਾ ਟਾਈਮ ਆਉਣਾ ਉਹ ਸਕਿੱਲ ਉਹ ਕਰਨਗੇ। ਪਰ ਜੇ ਤੁਸੀਂ ਉਹਨਾਂ ਨੂੰ ਸਪੋਰਟਸ ਲਈ ਭਰਤੀ ਕੀਤਾ, ਕੋਈ ਏਡੀ ਵੱਡੀ ਗੱਲ ਨਹੀਂ। ਕਰੋੜਾਂ ਰੁਪਇਆਂ ਦੇ ਬਜਟ ਆ ਸਪੋਰਟਸ ਦੇ ਉੱਤੇ। ਜੇ 400-500 ਬੰਦੇ ਨੂੰ ਤੁਸੀਂ ਚੰਗੀ ਤਰ੍ਹਾਂ ਸਪੋਰਟਸ ਕਰਾ ਸਕੋ, ਚੰਗੀ ਤਰ੍ਹਾਂ ਉਹਨਾਂ ਨੂੰ ਸਗੋਂ ਉੱਥੇ ਉਹਨਾਂ ਦੇ ਹੋਸਟਲ ਬਣਾਉਣੇ ਚਾਹੀਦੇ, ਉਹਨਾਂ ਦੀ ਡਾਈਟ ਦਾ ਇੰਤਜ਼ਾਮ ਕਰਨਾ ਚਾਹੀਦਾ ਕਿ ਜਿੱਦਾਂ ਸਕੂਲਾਂ ਕਾਲਜਾਂ ਤੋਂ ਨਿਕਲਦੇ ਆ, ਗੌਰਮੈਂਟ ਦੀਆਂ ਸਕੀਮਸ ਤੋਂ ਨਿਕਲਦੇ, ਉੱਦਾਂ ਹੀ ਗੌਰਮੈਂਟ ਦੇ ਇੱਕ ਅਲੱਗ ਡਿਪਾਰਟਮੈਂਟ 'ਚ ਚਲ ਗਏ ਆ ਜਿੱਥੇ ਉਹਨਾਂ ਦੀ ਜੋਬ ਆ। ਉਹਨਾਂ ਦੇ ਨਾਲ ਉਹਨਾਂ ਨੂੰ ਸੇਮ ਸਹੂਲਤਾਂ ਮਿਲਣੀਆਂ ਚਾਹੀਦੀਆਂ। ਉਹਨਾਂ ਨੂੰ ਡਿਊਟੀ ਤੋਂ ਬਿਲਕੁਲ ਫ੍ਰੀ ਰੱਖਣਾ ਚਾਹੀਦਾ ਆ, ਕਿਉਂਕਿ ਠੀਕ ਆ ਕਦੀ ਕੋਈ ਪ੍ਰੋਬਲਮ ਆ ਗਈ, ਪਰ ਇਹ ਬੜਾ ਹੀ ਮਤਲਬ ਮੈਂ ਦੇਖ ਰਿਹਾ ਕਿ ਸਾਡੇ ਜਿੰਨੇ ਜੂਨੀਅਰ ਸਪੋਰਟਸਮੈਨ ਟ੍ਰੇਨਿੰਗ ਕਰਦੇ ਉਹਨਾਂ ਦੇ ਮਨ 'ਤੇ ਬੜਾ ਪ੍ਰਭਾਵ ਪੈ ਰਿਹਾ ਇਸ ਚੀਜ਼ ਦਾ ਕਿ ਅਸੀਂ ਕਦੋਂ ਸਪੋਰਟਸ ਕਰਕੇ ਅੱਗੇ ਕਿੱਦਾਂ ਵੱਧ ਪਾਵਾਂਗੇ। ਅਤੇ ਇਸ ਕਰਕੇ ਪੰਜਾਬ ਦੇ ਵਿੱਚ ਦੂਸਰੀ ਕਾਰਨ ਇਹ ਵੀ ਹੋ ਰਿਹਾ ਕਿ ਪੰਜਾਬ ਦੀ ਜ਼ਿਆਦਾ ਜਿਹੜੀ ਯੂਥ ਆ ਉਹ ਸਾਰੀ ਕੈਨੇਡਾ, ਅਮਰੀਕਾ ਜਾਂ ਕਿਤੇ ਵੀ ਬਾਹਰਲੇ ਮੁਲਕ 'ਚ ਜਾਣ ਨੂੰ ਤਿਆਰ ਆ। ਉਹਦਾ ਕਾਰਨ ਵੀ ਇਹੀ ਹੈ ਨਾ, ਕਿਉਂਕਿ ਇੱਥੇ ਉਹ ਸੈਟਲਮੈਂਟ ਨਹੀਂ ਉਹਨਾਂ ਦੀ ਹੋ ਪਾ ਰਹੀ। ਅਤੇ ਇਹ ਗੌਰਮੈਂਟ ਨੂੰ ਸੋਚਣਾ ਪਊਗਾ ਕਿ ਜਿਹੜੇ ਸਾਡੇ ਸਪੋਰਟਸਮੈਨ ਆ ਉਹਨਾਂ ਨੂੰ ਕਿੱਦਾਂ ਇੱਥੇ ਸੈਟਲ ਕੀਤਾ ਜਾਵੇ। ਅਲੱਗ-ਅਲੱਗ ਜਿੱਦਾਂ ਬਿਜਲੀ ਬੋਰਡ ਆ ਜਾਂ ਹੋਰ ਜੇ ਪ੍ਰਾਈਵੇਟ ਵੀ ਉਹ ਕਰ ਦਿੱਤੇ, ਉਹਨਾਂ ਨੂੰ ਸਪੈਸ਼ਲ ਤੌਰ 'ਤੇ ਕਿਹਾ ਜਾਵੇ ਕਿ ਇਹ ਕੋਟੇ ਨੂੰ ਰੱਖਿਆ ਜਾਵੇ। ਜੋ ਵੀ ਕਮ ਸੇ ਕਮ ਜਿਹੜਾ ਨੈਸ਼ਨਲ ਮੈਡਲ ਲੈਂਦਾ ਉਹਦੀ ਜੋਬ ਸੇਫ ਹੋਣੀ ਚਾਹੀਦੀ। ਸਰਬਜੀਤ ਸਿੰਘ ਜੀ, ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਔਰ ਆਪਣੇ ਐਥਲੀਟਸ ਨੂੰ ਪੰਜਾਬ ਮੇਲ USA ਦੀ ਟੀਮ ਦੇ ਨਾਲ ਮਿਲਾਉਣ ਲਈ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹ ਐਥਲੀਟਸ ਕੁਝ ਨਾ ਕੁਝ ਚੰਗਾ ਪ੍ਰਾਪਤ ਕਰਦੇ ਰਹਿਣਗੇ। ਤੇ ਲਓ ਜੀ, ਮੈਂ ਪੰਜਾਬ ਮੇਲ USA TV ਦਾ ਕੈਮਰਾ ਇਸ ਗਰਾਊਂਡ ਵਿੱਚ ਆ ਕੇ ਕੋਚ ਸਾਹਿਬ ਨੂੰ ਮਿਲ ਕੇ, ਐਥਲੀਟਸ ਨੂੰ ਮਿਲ ਕੇ ਬਿਲਕੁਲ ਤਰੋਤਾਜ਼ਾ ਹੋ ਗਿਆ। ਤੇ ਇਸੇ ਗੱਲ ਦੀ ਉਮੀਦ ਰੱਖਦਾ ਕਿ ਗਰਾਊਂਡ ਨੂੰ ਦੇਖ ਕੇ ਤੁਸੀਂ ਵੀ ਤਰੋਤਾਜ਼ਾ ਹੋਏ ਹੋਵੋਗੇ ਤੇ ਆਉਣ ਵਾਲੇ ਸਮੇਂ 'ਚ ਮੈਦਾਨਾਂ ਦੇ ਆਸ਼ਿਕ ਹੋਣ ਦੀ ਕੋਸ਼ਿਸ਼ ਕਰੋਗੇ, ਕਿਉਂਕਿ ਜੇ ਅਸੀਂ ਮੈਦਾਨਾਂ ਦੇ ਆਸ਼ਿਕ ਹੋਵਾਂਗੇ ਨਾ, ਇਹ ਇਸ਼ਕ ਸਾਨੂੰ ਤੰਦਰੁਸਤੀ ਵੀ ਦੇਵੇਗਾ, ਲੰਬੀ ਉਮਰ ਵੀ ਦੇਵੇਗਾ।